ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਸਵਿਚ ਗੇਅਰ ਵਾਲਾ ਚੈਪਟਰ ਕਰਦੇ ਪਏ ਸੀ, ਉਹਨੂੰ ਹੀ ਕੰਟੀਨਿਊ ਕਰਦੇ ਹਾਂ ਅੱਜ। ਸੋ ਉਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਜਿਹੜੀਆਂ ਸੀ ਸਟੱਡੀ ਕਰ ਲਈਆਂ ਸੀ, ਅਤੇ ਲਾਸਟ ਜਿਹੜਾ ਉਹਦੇ ਵਿੱਚ ਆਪਾਂ ਟੌਪਿਕ ਕੀਤਾ ਸੀ ਉਹ ਸੀ ਆਰਕ ਫਿਨੋਮੀਨਾ। ਸੋ ਆਰਕ ਫਿਨੋਮੀਨਾ ਤਾਂ ਆਪਾਂ ਜਿਹੜਾ ਸੀਗਾ ਸਟੱਡੀ ਕੀਤਾ ਸੀਗਾ ਕਿ ਜਿਹੜੀ ਆਰਕ ਆ ਕੰਟੈਕਟ ਅਲੱਗ ਹੋਣ ਦੇ ਟਾਈਮ 'ਤੇ ਕਿਉਂ ਪ੍ਰੋਡਿਊਸ ਹੁੰਦੀ ਹੈ। ਠੀਕ ਆ, ਆਰਕ ਦਾ ਮਤਲਬ ਕਿ ਜਿਹੜੀ ਉੱਥੇ ਚਿੰਗਾਰੀ ਬਣਦੀ ਹੈ ਜਾਂ ਜਿਹੜੀ ਉੱਥੇ ਹੀਟ ਪ੍ਰੋਡਿਊਸ ਹੁੰਦੀ ਆ ਉਸ ਟਾਈਮ ਦੇ ਉੱਪਰ ਉਹ ਕਿੱਦਾਂ ਬਣਦੀ ਹੈ। ਠੀਕ ਹੈ, ਸੋ ਇਹ ਚੀਜ਼ ਆਪਾਂ ਲਾਸਟ ਟਾਈਮ ਸਟੱਡੀ ਕੀਤੀ ਸੀ। ਅੱਜ ਆਪਾਂ ਕਰਨਾ ਹੈ ਕਿ ਆਰਕ ਐਕਸਟਿੰਕਸ਼ਨ ਦੇ ਕੀ ਮੈਥਡ ਹੋ ਸਕਦੇ ਆ। ਐਕਸਟਿੰਕਸ਼ਨ ਦਾ ਮਤਲਬ ਹੁੰਦਾ ਖਤਮ ਕਰਨਾ। ਜਿੱਦਾਂ ਫਾਇਰ ਐਕਸਟਿੰਗੁਇਸ਼ਰ ਹੁੰਦੇ ਆ ਨਾ, ਫਾਇਰ ਐਕਸਟਿੰਗੁਇਸ਼ਰ ਕੀ ਕਰਦੇ ਆ, ਫਾਇਰ ਅੱਗ ਨੂੰ ਖਤਮ ਕਰਦੇ ਆ। ਉੱਦਾਂ ਹੀ ਜਿਹੜੇ ਆਰਕ ਐਕਸਟਿੰਗੁਇਸ਼ਰ ਜਾਂ ਆਰਕ ਐਕਸਟਿੰਗੁਇਸ਼ ਕਰਨਾ, ਸੋ ਉਹਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੋਲ ਮੈਥਡ ਹੁੰਦੇ ਆ। ਸੋ ਆਪਣੇ ਕੋਲ ਦੋ ਮੈਥਡ ਹੁੰਦੇ ਆ ਆਰਕ ਨੂੰ ਐਕਸਟਿੰਗੁਇਸ਼ ਕਰਨ ਦੇ। ਸਭ ਤੋਂ ਪਹਿਲਾ ਜਿਹੜਾ ਮੈਥਡ ਹੁੰਦਾ ਉਹ ਇਹ ਹੁੰਦਾ ਕਿ ਹਾਈ ਰੈਜ਼ਿਸਟੈਂਸ ਮੈਥਡ। ਸੋ ਇਸ ਮੈਥਡ ਦੇ ਵਿੱਚ ਜਿੱਦਾਂ ਕਿ ਨਾਮ ਹੀ ਆ ਹਾਈ ਰੈਜ਼ਿਸਟੈਂਸ, ਸੋ ਇਸ ਮੈਥਡ ਦੇ ਵਿੱਚ ਆਪਾਂ ਕੀ ਕਰਾਂਗੇ, ਜਿਹੜੀ ਰੈਜ਼ਿਸਟੈਂਸ ਹੋਊਗੀ ਆਰਕ ਦੀ ਰੈਜ਼ਿਸਟੈਂਸ, ਉਹਨੂੰ ਆਪਾਂ ਕੀ ਕਰਾਂਗੇ, ਇਨਕਰੀਜ਼ ਕਰਾਂਗੇ ਟਾਈਮ ਦੇ ਨਾਲ, ਤਾਂ ਕਿ ਜਿਹੜਾ ਕਰੰਟ ਆ ਉਹ ਕੀ ਹੋਵੇ, ਇਨਸਫੀਸ਼ੀਐਂਟ ਵੈਲਿਊ ਤੱਕ ਪਹੁੰਚੇ, ਤਾਂ ਕਿ ਆਰਕ ਜਿਹੜੀ ਆ ਮੇਨਟੇਨ ਹੀ ਨਾ ਹੋ ਸਕੇ। ਠੀਕ ਹੈ, so in this method arc resistance is made to increase with time so that current reduced to values insufficient to maintain arc। यानी कि ਆਪਾਂ ਆਰਕ ਦੀ ਰੈਜ਼ਿਸਟੈਂਸ ਨੂੰ ਇੰਨਾ ਕੁ ਇਨਕਰੀਜ਼ ਕਰ ਦਈਏ ਕਿ ਉੱਥੇ ਕਰੰਟ ਉਨਾ ਬਣੇ ਹੀ ਨਾ ਤਾਂ ਕਿ ਆਰਕ ਪ੍ਰੋਡਿਊਸ ਹੋ ਸਕੇ। ਸੋ ਉਹਦੇ ਨਾਲ ਕੀ ਹੋਗਾ, ਜਿਹੜੀ ਮੇਰੀ ਆਰਕ ਹੋਊਗੀ ਉਹ ਪੂਰੀ ਤਰ੍ਹਾਂ ਖਤਮ ਹੋ ਜੂਗੀ। ਸੋ ਹੁਣ ਆਰਕ ਰੈਜ਼ਿਸਟੈਂਸ ਜਿਹੜੀ ਆ ਉਹਨੂੰ ਆਪਾਂ ਕਿਹੜੇ ਕਿਹੜੇ ਤਰੀਕਿਆਂ ਨਾਲ ਇਨਕਰੀਜ਼ ਕਰ ਸਕਦੇ ਆ, ਉਹ ਜਿਹੜੇ ਆ ਆਪਣੇ ਕੋਲ ਥੱਲੇ 4 ਮੈਥਡ ਲਿਖੇ ਹੋਏ ਆ। ਸਭ ਤੋਂ ਪਹਿਲਾਂ ਹੈਗਾ ਲੈਂਥਨਿੰਗ ਦਾ ਆਰਕ। ਲੈਂਥਨਿੰਗ ਦਾ ਆਰਕ ਮਤਲਬ ਕਿ ਆਰਕ ਜਿਹੜਾ ਆ ਉਹਦੀ ਲੈਂਥ ਨੂੰ ਵਧਾ ਦੇਣਾ। ਸੋ ਦ ਰੈਜ਼ਿਸਟੈਂਸ ਆਫ ਆਰਕ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਇਟਸ ਲੈਂਥ। ਯਾਨੀ ਕਿ ਜਿਹੜੀ ਆਰਕ ਦੀ ਰੈਜ਼ਿਸਟੈਂਸ ਹੁੰਦੀ ਉਹ ਲੈਂਥ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ, ਯਾਨੀ ਕਿ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨੀ ਜ਼ਿਆਦਾ ਹੀ ਆਪਣੇ ਕੋਲ ਕੀ ਹੋਊਗੀ, ਰੈਜ਼ਿਸਟੈਂਸ ਹੋਊਗੀ। ਸੋ ਆਰਕ ਦੀ ਲੈਂਥ ਨੂੰ ਇਨਕਰੀਜ਼ ਕਰਨ ਵਾਸਤੇ ਮੈਂ ਕੀ ਕਰ ਸਕਦਾ, ਜਿਹੜਾ ਗੈਪ ਹੁੰਦਾ ਦੋਨੋਂ ਕੰਟੈਕਟਸ ਦੇ ਵਿੱਚ ਉਹਨਾਂ ਨੂੰ ਮੈਂ ਕੀ ਕਰ ਸਕਦਾ ਹਾਂ, ਇਨਕਰੀਜ਼ ਕਰ ਸਕਦਾ। ਯਾਨੀ ਕਿ ਮੈਂ ਕਹਿ ਸਕਦਾ ਵੀ ਕੰਟੈਕਟ ਜਦੋਂ ਓਪਨ ਹੋਣ ਤਾਂ ਉਹਨਾਂ ਦੇ ਵਿੱਚ ਗੈਪ ਜਿਹੜਾ ਉਹ ਜ਼ਿਆਦਾ ਹੋਵੇ। ਸੋ ਜਿੰਨਾ ਜ਼ਿਆਦਾ ਗੈਪ ਹੋਊਗਾ ਉਨੀ ਜ਼ਿਆਦਾ ਕੀ ਹੋਊਗੀ, ਆਰਕ ਰੈਜ਼ਿਸਟੈਂਸ ਹੋਊਗੀ, ਅਤੇ ਉਨੀ ਜਲਦੀ ਜਿਹੜੀ ਮੇਰੀ ਆਰਕ ਆ ਉਹ ਖਤਮ ਹੋਊਗੀ। ਬਟ ਇਹਦਾ ਇੱਕ ਡਿਸਐਡਵਾਂਟੇਜ ਵੀ ਆ ਕਿ ਜਦੋਂ ਆਪਾਂ ਲੈਂਥਨਿੰਗ ਦਾ ਆਰਕ ਕਰਦੇ ਹਾਂ, ਯਾਨੀ ਕਿ ਇਸ ਮੈਥਡ ਨੂੰ ਯੂਜ਼ ਕਰਦੇ ਹਾਂ, ਤਾਂ ਉਹਦੇ ਵਾਸਤੇ ਹੁਣ ਕੀ ਆ, ਦੇਖੋ ਆਪਾਂ ਨੂੰ ਗੈਪ ਇਨਕਰੀਜ਼ ਕਰਨਾ ਕੰਟੈਕਟ ਦੇ ਵਿੱਚ। ਸੋ ਜੇ ਕੰਟੈਕਟ ਦੇ ਵਿੱਚ ਗੈਪ ਇਨਕਰੀਜ਼ ਹੋ ਗਿਆ ਤਾਂ ਉਹਦੇ ਕਰਕੇ ਕੀ ਹੋਣਾ, ਜਿਹੜਾ ਮੇਰਾ ਸਰਕਟ ਬ੍ਰੇਕਰ ਆ ਨਾ ਉਹਦਾ ਓਵਰਆਲ ਸਾਈਜ਼ ਵੀ ਇਨਕਰੀਜ਼ ਹੋ ਜਾਣਾ। ਇਹ ਵੀ ਚੀਜ਼ ਜਿਹੜੀਆਂ ਨਾ ਆਪਣੇ ਮਾਈਂਡ ਦੇ ਵਿੱਚ ਰੱਖਿਓ। ਅਤੇ ਕਿ ਜੇ ਆਪਾਂ ਆਰਕ ਦੀ ਲੈਂਥ ਨੂੰ ਇਨਕਰੀਜ਼ ਕਰਦੇ ਹਾਂ, ਯਾਨੀ ਕਿ ਕੰਟੈਕਟਸ ਦਾ ਜਿਹੜਾ ਗੈਪ ਆ ਆਪਸ ਦੇ ਵਿੱਚ ਉਹਨੂੰ ਆਪਾਂ ਇਨਕਰੀਜ਼ ਕਰਦੇ ਹਾਂ, ਤਾਂ ਉਹਦੇ ਨਾਲ ਕੀ ਹੋਊਗਾ, ਜਿਹੜੀ ਮੇਰੀ ਸਰਕਟ ਬ੍ਰੇਕਰ ਦਾ ਜਿਹੜਾ ਸਾਈਜ਼ ਆ ਉਹ ਵੀ ਕੀ ਹੋਊਗਾ, ਇਨਕਰੀਜ਼ ਹੋ ਜਾਊਗਾ। ਨੈਕਸਟ ਸੈਕਿੰਡ ਮੇਰੇ ਕੋਲ ਮੈਥਡ ਹੈਗਾ ਕੂਲਿੰਗ ਦਾ ਆਰਕ। ਕੂਲਿੰਗ ਦਾ ਆਰਕ ਜਿੱਦਾਂ ਨਾਮ ਤੋਂ ਹੀ ਪਤਾ ਲੱਗਦਾ ਪਿਆ, ਕੂਲਿੰਗ ਦਾ ਆਰਕ ਯਾਨੀ ਕਿ ਆਰਕ ਨੂੰ ਠੰਡਾ ਕਰਨਾ। ਠੀਕ ਹੈ, ਯਾਨੀ ਕਿ ਆਰਕ ਨੂੰ ਕੀ ਕਰਨਾ, ਡੀਆਇਓਨਾਈਜ਼ ਕਰ ਦੇਣਾ ਜਿਹੜਾ ਆਪਦਾ ਮੀਡੀਅਮ ਆ, ਜਿਹਦੇ ਕਿਉਂਕਿ ਆਇਓਨਾਈਜ਼ਡ ਪਾਰਟੀਕਲ ਹੀ ਆ ਜਿਨ੍ਹਾਂ ਕਰਕੇ ਆਪਣੇ ਕੋਲ ਆਰਕ ਬਣਦੀ ਹੈ ਅਤੇ ਕਰੰਟ ਬਣੇ ਰਹਿਣ ਦੀ ਕੋਸ਼ਿਸ਼ ਕਰਦਾ। ਸੋ ਆਪਾਂ ਕੀ ਕਰਨਾ, ਉਹ ਜਿਹੜੇ ਆਇਓਨਾਈਜ਼ਡ ਪਾਰਟੀਕਲ ਆ ਉਹਨਾਂ ਨੂੰ ਕੀ ਕਰਨਾ, ਡੀਆਇਓਨਾਈਜ਼ ਕਰ ਦੇਣਾ। ਠੀਕ ਹੈ, ਸੋ ਉਹ ਕਿਹਦੇ ਨਾਲ ਕਰ ਸਕਦੇ ਹਾਂ, ਕੂਲਿੰਗ ਦੀ ਹੈਲਪ ਦੇ ਨਾਲ ਆਪਾਂ ਕਰ ਸਕਦੇ ਹਾਂ। ਉਹੀ ਲਿਖਿਆ ਵੀ ਹੋਇਆ, ਕੂਲਿੰਗ ਹੈਲਪਸ ਇਨ ਦ ਡੀਆਇਓਨਾਈਜੇਸ਼ਨ ਆਫ ਦ ਮੀਡੀਅਮ ਬਿਟਵੀਨ ਦ ਕੰਟੈਕਟਸ। ਠੀਕ ਹੈ, ਉਹਦੇ ਨਾਲ ਕੀ ਹੁੰਦਾ, ਜਿਹੜੀ ਆਰਕ ਦੀ ਰੈਜ਼ਿਸਟੈਂਸ ਹੁੰਦੀ ਆ ਉਹ ਇਨਕਰੀਜ਼ ਹੋ ਜਾਂਦੀ ਹੈ। ਸੋ ਇਹਨੂੰ ਕਰਨ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਗੈਸ ਦਾ ਬਲਾਸਟ ਕਰ ਸਕਦੇ ਹਾਂ ਜਾਂ ਏਅਰ ਦਾ ਬਲਾਸਟ ਆਪਾਂ ਕਰ ਸਕਦੇ ਹਾਂ। ਸੋ ਇਹਦੇ ਬੇਸਿਸ 'ਤੇ ਸਰਕਟ ਬ੍ਰੇਕਰ ਵੀ ਹੁੰਦੇ ਆ, ਏਅਰ ਬਲਾਸਟ ਸਰਕਟ ਬ੍ਰੇਕਰ ਜਾਂ SF6 ਸਰਕਟ ਬ੍ਰੇਕਰ ਜਿਹੜੇ ਹੁੰਦੇ ਆ, ਸਲਫਰ ਹੈਕਸਾਫਲੂਰਾਈਡ, ਉਹ ਵੀ ਆਪਾਂ ਅੱਗੇ ਜਾ ਕੇ ਸਟੱਡੀ ਕਰਨੇ ਆ। ਸੋ ਉਹ ਜਿਹੜੇ ਹੁੰਦੇ ਆ ਦੋਨੋਂ ਸਰਕਟ ਬ੍ਰੇਕਰ ਦੇ ਵਿੱਚ ਆਪਾਂ ਕੂਲਿੰਗ ਦਾ ਆਰਕ ਵਾਲਾ ਮੈਥਡ ਹੀ ਯੂਜ਼ ਕਰਦੇ ਹਾਂ। ਇਹਦੇ ਵਿੱਚ ਹੁੰਦਾ ਕੀ ਆ, ਜਦੋਂ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਣ ਲੱਗਦੇ ਆ ਤਾਂ ਆਪਾਂ ਕੀ ਕਰਦੇ ਹਾਂ, ਉਹਨਾਂ ਦੇ ਉੱਪਰ ਇੱਕ ਗੈਸ ਦਾ ਜਾਂ ਫਿਰ ਆਪਾਂ ਏਅਰ ਦਾ ਬਲਾਸਟ ਇੱਕਦਮ ਕਰਦੇ ਹਾਂ, ਜਿਹਦੇ ਕਰਕੇ ਕੀ ਹੁੰਦਾ, ਉੱਥੇ ਆਰਕ ਜਿਹੜੀ ਹੁੰਦੀ ਆ, ਉਹ ਜਿਹੜਾ ਏਰੀਆ ਹੁੰਦਾ ਕੰਟੈਕਟ ਏਰੀਆ, ਉਹ ਕੀ ਹੁੰਦਾ, ਡੀਆਇਓਨਾਈਜ਼ ਹੋ ਜਾਂਦਾ, ਜਿਹਦੇ ਕਰਕੇ ਮੇਰੇ ਕੋਲ ਆਰਕ ਪ੍ਰੋਡਿਊਸ ਨਹੀਂ ਹੁੰਦੀ। ਨੈਕਸਟ ਮੇਰੇ ਕੋਲ ਮੈਥਡ ਜਿੰਨਾ ਆਰਕ ਦੀ ਰੈਜ਼ਿਸਟੈਂਸ ਨੂੰ ਮੈਂ ਇਨਕਰੀਜ਼ ਕਰ ਸਕਦਾ ਜਾਂ ਹਾਈ ਰੈਜ਼ਿਸਟੈਂਸ ਅਚੀਵ ਕਰ ਸਕਦਾ, ਉਹ ਹੈ ਰਿਡਿਊਸਿੰਗ ਕ੍ਰੋਸ ਸੈਕਸ਼ਨ ਏਰੀਆ ਆਫ ਆਰਕ। ਸੋ ਕ੍ਰੋਸ ਸੈਕਸ਼ਨ ਏਰੀਆ ਨੂੰ ਇਨਕਰੀਜ਼ ਕਰਕੇ ਰਿਡਿਊਸ ਕਰਕੇ ਵੀ ਮੈਂ ਜਿਹੜੀ ਆ ਆਰਕ ਬਰਨ ਤੋਂ ਘਟਾ ਸਕਦਾ ਹਾਂ। ਸੋ ਉਹਦੇ ਕਰਕੇ ਕੀ ਹੋਊਗਾ, ਉਨੀ ਵੋਲਟੇਜ ਹੀ ਨਹੀਂ ਮੇਨਟੇਨ ਹੋਊਗੀ ਕਿ ਆਰਕ ਜਿਹੜੀ ਆ ਉਹ ਵੱਧ ਸਕੇ। ਜੇ ਮੈਂ ਕ੍ਰੋਸ ਸੈਕਸ਼ਨ ਏਰੀਆ ਜਿਹੜਾ ਆ ਉਹਨੂੰ ਵਧਾ ਦੇਵਾਂ, ਠੀਕ ਹੈ, ਕ੍ਰੋਸ ਸੈਕਸ਼ਨ ਏਰੀਆ ਨੂੰ ਜੇ ਮੈਂ ਵਧਾ ਦੇਵਾਂ ਤਾਂ ਉਨੀ ਵੋਲਟੇਜ ਨਹੀਂ ਮੇਨਟੇਨ ਹੋਣੀ ਕਿ ਮੇਰੀ ਆਰਕ ਜਿਹੜੀ ਆ ਉੱਥੇ ਪ੍ਰੋਡਿਊਸ ਹੋ ਇਹਦੇ ਨਾਲ ਕੀ ਹੋਊਗਾ, ਜਦੋਂ ਮੈਂ ਕ੍ਰੋਸ ਸੈਕਸ਼ਨ ਏਰੀਆ ਰਿਡਿਊਸ ਕਰਤਾ ਤਾਂ ਆਰਕ ਜਿਹੜੀ ਉਹਨੂੰ ਬਣੇ ਰਹਿਣ ਵਾਸਤੇ ਕੀ ਹੋਣਾ, ਬਹੁਤ ਘੱਟ ਏਰੀਆ ਮਿਲਣਾ, ਉਹਨੂੰ ਨੈਰੋ ਸਪੇਸ ਮਿਲਣੀ ਆ, ਨੈਰੋ ਓਪਨਿੰਗ ਹੋਣੀ ਆ ਉੱਥੇ, ਉਹਨੂੰ ਸਪੇਸ ਆਰਕ ਨੂੰ ਬਹੁਤ ਘੱਟ ਮਿਲਣੀ ਆ। ਇਸ ਕਰਕੇ ਕੀ ਹੋਣਾ, ਉੱਥੇ ਆਰਕ ਜਿਹੜੀ ਆ ਉਹ ਆਪਣੇ ਆਪ ਕੀ ਹੋਣੀ ਆ, ਖਤਮ ਹੋ ਜਾਣੀ ਆ। ਸੋ ਕ੍ਰੋਸ ਸੈਕਸ਼ਨ ਏਰੀਆ ਨੂੰ ਰਿਡਿਊਸ ਕਰਨ ਦਾ ਮਤਲਬ ਇਹੀ ਆ ਕਿ ਆਪਾਂ ਕੀ ਕਰ ਸਕਦੇ ਹਾਂ, ਜਿਹੜੇ ਕੰਟੈਕਟ ਏਰੀਆ ਸਮੋਲਰ ਰੱਖੀਏ, ਯਾਨੀ ਕਿ ਇਹ ਨਾ ਆਪਾਂ ਪੂਰੇ ਜਿਹੜੇ ਆ ਉਹਦੀ ਸ਼ੇਪ ਵੱਲ ਵੀ ਖਿਆਲ ਕਰੀਏ।
ਆਪਾਂ ਉਹਨੂੰ ਪੂਰਾ ਜਿਹੜਾ ਆ ਉਹਦਾ ਕੰਟੈਕਟ ਏਰੀਆ ਜਿਹੜੇ ਆ ਦੋ ਕੰਟੈਕਟਰਸ ਆਪਸ ਦੇ ਵਿੱਚ ਜੁੜ ਰਹੇ ਆ ਉਹਨਾਂ ਨੂੰ ਬਹੁਤ ਆਪਾਂ ਵੱਡਾ ਨਾ ਬਣਾਈਏ। ਜੇ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਵੱਡਾ ਬਣਾਵਾਂਗੇ ਤਾਂ ਕੰਟੈਕਟ ਏਰੀਆ ਇਨਕਰੀਜ਼ ਹੋਊਗਾ, ਅਤੇ ਜਿੰਨਾ ਜ਼ਿਆਦਾ ਕੰਟੈਕਟ ਏਰੀਆ ਹੋਊਗਾ ਉਨੀ ਜ਼ਿਆਦਾ ਮੇਰੇ ਕੋਲ ਕੀ ਆ ਆਰਕ ਪ੍ਰੋਡਿਊਸ ਹੋਊਗੀ ਉੱਥੇ। ਨੈਕਸਟ ਮੇਰੇ ਕੋਲ ਆ ਜਾਂਦਾ ਸਪਲਿਟਿੰਗ ਦਾ ਆਰਕ। ਸਪਲਿਟਿੰਗ ਦਾ ਆਰਕ ਜਿਹੜਾ ਮੈਥਡ ਆ ਇਹਦੇ ਵਿੱਚ ਆਪਾਂ ਕੀ ਕਰਦੇ ਆ, ਨਾਮ ਤੋਂ ਹੀ ਪਤਾ ਲੱਗ ਗਿਆ, ਆਰਕ ਨੂੰ ਸਪਲਿਟ ਕਰ ਦੇਣਾ। ਠੀਕ ਹੈ, ਹੁਣ ਦੇਖੋ ਆਪਣੇ ਕੋਲ ਕੀ ਆ, ਐਗਜ਼ਾਮਪਲ ਲੈ ਲੈਣੇ, ਜੇ ਇੱਕ ਜਗ੍ਹਾ ਦੇ ਉੱਪਰ ਆਪਣੇ ਕੋਲ ਬਹੁਤ ਸਾਰੀ ਆਪਾਂ ਅੱਗ ਲਗਾਈ ਹੋਈ ਆ, ਫਾਇਰ ਲੱਗੀ ਹੋਈ ਹੈ ਇੱਕ ਜਗ੍ਹਾ ਦੇ ਉੱਪਰ, ਸੋ ਉਹ ਉਸ ਟਾਈਮ ਦੇ ਉੱਪਰ ਕੀ ਹੋਊਗਾ, ਹੀਟ ਮੇਰੇ ਕੋਲ ਬਹੁਤ ਜ਼ਿਆਦਾ ਪ੍ਰੋਡਿਊਸ ਹੋਊਗੀ। ਬਟ ਉਹੀ ਹੀਟ ਨੂੰ ਜਾਂ ਉਹੀ ਅੱਗ ਜਿਹੜੀ ਲਗਾਈ ਹੋਈ ਆ ਆਪਾਂ ਕਿਸੇ ਪਰਪਸ ਵਾਸਤੇ, ਉਹਨੂੰ ਜੇ ਮੈਂ 10 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦੂੰਗਾ ਤਾਂ ਉਹ ਕੀ ਹੋਊਗਾ, ਜਲਦੀ ਬੁਝੂਗੀ। ਠੀਕ ਆ, ਸੋ ਉਹੀ ਫਿਨੋਮੀਨਾ ਇੱਥੇ ਯੂਜ਼ ਕਰਦਾ ਵੀ ਆਪਾਂ ਆਰਕ ਨੂੰ ਹੀ ਸਪਲਿਟ ਕਰ ਦੇਣਾ। ਠੀਕ ਆ, ਸੋ ਆਰਕ ਨੂੰ ਸਪਲਿਟ ਕਰਨ ਦੇ ਨਾਲ ਵੀ ਕੀ ਆ, ਮੈਂ ਆਰਕ ਦੀ ਰੈਜ਼ਿਸਟੈਂਸ ਜਿਹੜੀ ਆ ਉਹਨੂੰ ਇਨਕਰੀਜ਼ ਕਰ ਸਕਦਾ, ਜਿਹਦੇ ਕਰਕੇ ਕੀ ਹੁੰਦਾ, ਮੇਰੀ ਜਿਹੜੀ ਆਰਕ ਆ ਉਹ ਕੀ ਹੋਊਗੀ, ਜਲਦੀ ਬੁੱਝ ਜੂਗੀ। ਆਰਕ ਤਾਂ ਪ੍ਰੋਡਿਊਸ ਹੋਊਗੀ ਬਟ ਸਪਲਿਟ ਹੋਣ ਦੇ ਨਾਲ ਕੀ ਆ, ਉਹ ਜਲਦੀ ਕੂਲ ਡਾਊਨ ਹੋ ਜੂਗੀ। ਸੋ ਇਹ ਜਿਹੜਾ ਮੈਥਡ ਹੈ ਸਪਲਿਟਿੰਗ ਦਾ ਆਰਕ, ਇਹ ਆਪਾਂ ਯੂਜ਼ ਵੀ ਕਰਦੇ ਹਾਂ ਆਪਣੇ ਜਿਹੜੇ ਮਿਨੀਏਚਰ ਸਰਕਟ ਬ੍ਰੇਕ ਹੁੰਦੇ ਨੇ MCB। ਸੋ MCBs ਦੇ ਵਿੱਚ ਆਪਾਂ ਇਹ ਮੈਥਡ ਯੂਜ਼ ਕਰਦੇ ਹਾਂ ਸਪਲਿਟਿੰਗ ਦਾ ਆਰਕ। ਜਦੋਂ ਆਪਾਂ MCB ਨੂੰ ਕਿਤੇ ਓਪਨ ਕਰਾਂਗੇ ਨਾ ਨੈਕਸਟ ਟਾਈਮ, ਆਪਾਂ MCB ਵੀ ਸਟੱਡੀ ਕਰਨਾ ਇਹਦੇ ਵਿੱਚ। ਸੋ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿ ਉਹਦੇ ਵਿੱਚ ਨਾ ਇੱਕ ਆਰਕ ਐਕਸਟਿੰਗੁਇਸ਼ਿੰਗ ਡਿਵਾਈਸ ਹੁੰਦੀ ਆ, ਐਕਚੁਅਲ 'ਚ ਸਪਲਿਟਰ ਹੀ ਹੁੰਦਾ। ਉਹ ਕੀ ਕਰਦਾ, ਜਦੋਂ ਵੀ ਕੰਟੈਕਟ ਹੋਏ ਅਲੱਗ ਹੋਣ 'ਤੇ ਉੱਪਰ ਆਰਕ ਪ੍ਰੋਡਿਊਸ ਹੁੰਦੀ ਆ, ਉਹ ਆਰਕ ਨੂੰ ਕੀ ਕਰਦਾ, ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੰਦਾ, ਜਿਹਦੇ ਕਰਕੇ ਅੱਗ ਜਿਹੜੀ ਹੁੰਦੀ ਆ ਉਹ ਮੇਰੀ ਜਲਦੀ ਬੁੱਝ ਜਾਂਦੀ ਆ, ਉੱਥੇ ਜਾਂ ਆਰਕ ਜਿਹੜੀ ਪ੍ਰੋਡਿਊਸ ਹੁੰਦੀ ਆ ਉਹ ਘੱਟ ਜਾਂਦੀ ਆ। ਸੋ ਫਸਟ ਮੈਥਡ ਦਾ ਮੇਰੇ ਕੋਲ ਸੀਗਾ ਹਾਈ ਰੈਜ਼ਿਸਟੈਂਸ ਮੈਥਡ। ਹੁਣ ਸੈਕਿੰਡ ਮੇਰੇ ਕੋਲ ਮੈਥਡ ਹੈਗਾ ਲੋ ਰੈਜ਼ਿਸਟੈਂਸ ਔਰ ਕਰੰਟ ਜ਼ੀਰੋ ਮੈਥਡ। ਸੋ ਲੋ ਰੈਜ਼ਿਸਟੈਂਸ ਔਰ ਕਰੰਟ ਜ਼ੀਰੋ ਮੈਥਡ ਦੇ ਵਿੱਚ ਕੀ ਹੁੰਦਾ, ਹੁਣ ਆਪਾਂ ਨੂੰ ਪਤਾ ਕਿ ਜਿਹੜੀ ਮੇਰੀ AC ਸਪਲਾਈ ਹੁੰਦੀ ਆ ਉਹ ਇੱਕ ਪਰਟੀਕੂਲਰ ਟਾਈਮ ਦੇ ਉੱਪਰ ਕੀ ਹੁੰਦਾ, ਆ ਕੇ ਜ਼ੀਰੋ ਹੁੰਦੀ ਆ। ਸੋ ਮੈਂ ਇਹ ਵੀ ਕਰ ਸਕਦਾ ਕਿ ਉਹ ਟਾਈਮ ਜਦੋਂ ਮੇਰੀ ਜਿਹੜੀ ਵੈਲਿਊ ਆ ਜਾਂ ਵੇਵ ਫਾਰਮ ਦੇ ਵਿੱਚ ਜਿਹੜਾ ਮੇਰੇ ਕਰੰਟ ਦੀ ਜਾਂ ਵੋਲਟੇਜ ਦੀ ਵੈਲਿਊ ਜ਼ੀਰੋ ਹੋ ਰਹੀ ਆ, ਉਸ ਟਾਈਮ ਦੇ ਉੱਪਰ ਮੈਂ ਕੀ ਕਰਾਂ, ਜਿਹੜੀ ਆਪਣੀ ਸਰਕਟ ਬ੍ਰੇਕਰ ਆ ਉਹਦੇ ਕੰਟੈਕਟ ਨੂੰ ਓਪਨ ਕਰਾਂ ਤਾਂ ਕਿ ਆਰਕ ਪ੍ਰੋਡਿਊਸ ਹੀ ਨਾ ਹੋਵੇ। ਠੀਕ ਹੈ, ਜਦੋਂ ਆਰਕ ਜਿਹੜੀ ਮੇਰੀ ਵੇਵ ਆ, AC ਵੇਵ ਆ, ਉਹ ਆਪਣਾ ਜ਼ੀਰੋ 'ਤੇ ਆਈ ਆ, ਬਿਕੋਜ਼ ਤੁਹਾਨੂੰ ਪਤਾ 1 ਸੈਕਿੰਡ 'ਚ 50 ਸਾਈਕਲ ਹੁੰਦੇ ਆ। ਠੀਕ ਹੈ, ਸੋ ਉਹ 50 ਸਾਈਕਲ ਦੇ ਵਿੱਚ ਉਹ ਕੀ ਹੁੰਦਾ, 50 ਵਾਰ ਜ਼ੀਰੋ ਹੁੰਦੀ, 50 ਵਾਰ ਮੈਕਸੀਮਮ ਹੋਊਗੀ। ਸੋ ਉਹ ਜਦੋਂ ਜ਼ੀਰੋ ਹੁੰਦੀ ਆ, ਮੈਂ ਉਸ ਟਾਈਮ 'ਤੇ ਜੇ ਕੰਟੈਕਟ ਦੋਨੋਂ ਅਲੱਗ ਕਰਾਂ ਤਾਂ ਵੀ ਮੇਰੇ ਕੋਲ ਕੀ ਆ, ਉੱਥੇ ਆਰਕ ਜਿਹੜੀ ਆ ਪ੍ਰੋਡਿਊਸ ਨਹੀਂ ਹੋਊਗੀ। ਜਿੰਨੇ ਵੀ ਆਪਣੇ ਮਾਡਰਨ ਜਾਂ ਅੱਜ ਕੱਲ੍ਹ ਦੇ ਟਾਈਮ ਦੇ ਉੱਪਰ ਜਿਹੜੇ ਆਪਾਂ ਸਰਕਟ ਬ੍ਰੇਕਰ ਯੂਜ਼ ਕਰਦੇ ਹਾਂ, ਉਹਨਾਂ ਦੇ ਵਿੱਚ ਆਪਾਂ ਨਾ ਇਹੀ ਵਾਲੀ ਜਿਹੜੀ ਇਹੀ ਮੈਥਡ ਜਿਹੜਾ ਹੁੰਦਾ ਆਰਕ ਐਕਸਟਿੰਕਸ਼ਨ ਦਾ, ਇਹੀ ਆਪਾਂ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਆਪਾਂ ਜਦੋਂ ਕਰੰਟ ਜ਼ੀਰੋ ਹੁੰਦਾ ਉਦੋਂ ਆਪਾਂ ਕੀ ਕਰਦੇ ਹਾਂ, ਸਰਕਟ ਬ੍ਰੇਕਰ ਦੇ ਕੰਟੈਕਟ ਜਿਹੜੇ ਹੁੰਦੇ ਆ ਇੱਕ ਦੂਜੇ ਤੋਂ ਅਲੱਗ ਹੁੰਦੇ, ਬਿਕੋਜ਼ ਇਹ ਦੇਖੋ ਇਹ ਮਿਲੀ ਸੈਕਿੰਡਸ ਦਾ ਕੰਮ ਹੁੰਦਾ ਆ। ਤੁਹਾਨੂੰ ਪਤਾ 1 ਸੈਕਿੰਡ 'ਚ 50 ਸਾਈਕਲ ਜਿਹੜੇ ਆ ਆਪਣੇ ਕੋਲ ਫਲੋ ਕਰਦੇ ਆ, ਤਾਂ ਉਹਦੇ ਵਿੱਚ ਕੀ ਹੁੰਦਾ, ਆਪਾਂ ਮਿਲੀ ਸੈਕਿੰਡਸ ਦੇ ਵਿੱਚ ਜਿਹੜਾ ਹੁੰਦਾ ਆਪਣਾ ਸਰਕਟ ਬ੍ਰੇਕਰ ਉਹਨੂੰ ਆਪਰੇਟ ਹੋਣਾ ਪੈਂਦਾ। ਸੋ ਜਦੋਂ ਵੀ ਆਪਣਾ ਕਰੰਟ ਜ਼ੀਰੋ ਹੁੰਦਾ ਤਾਂ ਨੈਚੁਰਲੀ ਕੀ ਹੁੰਦਾ ਆ, ਜਿਹੜਾ ਮੇਰਾ ਸਰਕਟ ਬ੍ਰੇਕਰ ਹੁੰਦਾ ਆਰਕ ਨੂੰ ਐਕਸਟਿੰਗੁਇਸ਼ ਕਰ ਦਿੰਦਾ, ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ। ਕੰਟੈਕਟ ਜਦੋਂ ਅਲੱਗ ਹੁੰਦੇ ਆ ਕਰੰਟ ਜ਼ੀਰੋ 'ਤੇ, ਆਰਕ ਪ੍ਰੋਡਿਊਸ ਨਹੀਂ ਹੁੰਦੀ। ਬਟ ਹਾਂ, ਆਪਣਾ ਮੇਨ ਮਕਸਦ ਇਹ ਹੁੰਦਾ ਹੈ ਕਿ ਇੱਕ ਤਾਂ ਆਪਾਂ ਆਰਕ ਨੂੰ ਬੁਝਾਉਣਾ, ਤਾਂ ਜਿਹੜੀ ਦੂਸਰੀ ਰੀਸਟਰਾਈਕਿੰਗ ਹੋ ਰਹੀ ਹੈ, ਯਾਨੀ ਕਿ ਇੱਕ ਵਾਰ ਜਿਹੜੀ ਆਰਕ ਬੁਝ ਗਈ ਦੁਬਾਰਾ ਵੀ ਰੀਸਟਰਾਈਕ ਹੋ ਸਕਦੀ ਹੈ, ਕਿਉਂਕਿ ਆਇਓਨਾਈਜ਼ ਪਾਰਟੀਕਲ ਏਅਰ ਦੇ ਵਿੱਚ ਹੁੰਦੇ ਆ। ਸੋ ਉਹਨੂੰ ਰੀਸਟਰਾਈਕ ਹੋਣ ਤੋਂ ਵੀ ਰੋਕਣਾ ਹੁੰਦਾ ਆਪਾਂ। ਠੀਕ ਆ, ਉਹਦੇ ਵਾਸਤੇ ਆਪਾਂ ਅਲੱਗ-ਅਲੱਗ ਮੈਥਡ ਜਿਹੜੇ ਹੁੰਦੇ ਆ ਨਾ ਯੂਜ਼ ਕਰਦੇ ਹਾਂ, ਤਾਂ ਕਿ ਜਿਹੜਾ ਮੀਡੀਅਮ ਆ ਉਹ ਡੀ ਆਇਓਨਾਈਜ਼ ਹੋ ਜਾਵੇ ਪੂਰੀ ਤਰ੍ਹਾਂ, ਅਤੇ ਆਰਕ ਰੀਸਟਰਾਈਕ ਨਾ ਹੋਵੇ। ਕਿਉਂਕਿ ਆਰਕ ਜਿਹੜੀ ਆ ਜਦੋਂ ਕੰਟੈਕਟ ਅਲੱਗ ਹੋਣੇ ਉਦੋਂ ਤਾਂ ਪ੍ਰੋਡਿਊਸ ਹੋਣੀ ਆ, ਬਟ ਉਦੋਂ ਪ੍ਰੋਡਿਊਸ ਹੋਣ ਤੋਂ ਇਸ ਮੈਥਡ ਦੇ ਵਿੱਚ ਆਪਾਂ ਕਿੱਦਾਂ ਰੋਕ ਲਿਆ, ਕਰੰਟ ਜ਼ੀਰੋ ਮੈਥਡ ਦੇ ਵਿੱਚ ਵੀ ਜਦੋਂ ਕਰੰਟ ਜ਼ੀਰੋ ਹੈ ਉਦੋਂ ਕੰਟੈਕਟ ਆਪਾਂ ਅਲੱਗ ਕਰ ਲਏ। ਬਟ ਰੀਸਟਰਾਈਕ ਹੋਣ ਤੋਂ ਰੋਕਣ ਵਾਸਤੇ ਮੈਨੂੰ ਕੀ ਕਰਨਾ ਪੈਣਾ, ਜਿਹੜਾ ਮੀਡੀਅਮ ਆ ਉਹਨੂੰ ਹਜੇ ਵੀ ਆਇਓਨਾਈਜ਼ ਜਿਹੜਾ ਆ ਉਹਨੂੰ ਕਰਨਾ ਹੀ ਪੈਣਾ। ਉਹਦੇ ਵਾਸਤੇ ਦੇਖੋ ਇਹ 4 ਮੈਥਡ ਯੂਜ਼ ਕਰਦੇ ਜਿਹੜੇ ਆਪਾਂ ਲਾਸਟ ਟਾਈਮ ਵੀ ਆਪਾਂ ਸਟੱਡੀ ਕੀਤੇ ਸੀ, ਉਹ ਆਲਮੋਸਟ ਸੇਮ ਹੀ ਆ। ਜਿਹਦਾ ਗੈਪ ਜਿਹੜਾ ਆ ਉਹ ਵਧਾ ਦੇਣਾ ਆਪਾਂ ਕੰਟੈਕਟ ਦੇ ਵਿੱਚ, ਫਿਰ ਪ੍ਰੈਸ਼ਰ ਹਾਈ ਕਰ ਦੇਣਾ। ਪ੍ਰੈਸ਼ਰ ਹਾਈ ਕਰਨ ਦੇ ਨਾਲ ਕੀ ਹੁੰਦਾ, ਜਿਹੜੇ ਪਾਰਟੀਕਲਸ ਹੁੰਦੇ ਉਹਨਾਂ ਦੀ ਡੈਂਸਿਟੀ ਇਨਕਰੀਜ਼ ਹੋ ਜਾਂਦੀ ਹੈ। ਠੀਕ ਹੈ, ਡੈਂਸਿਟੀ ਇਨਕਰੀਜ਼ ਹੋਣ ਦੇ ਨਾਲ ਕੀ ਆ, ਉਹ ਜਲਦੀ ਡੀ ਆਇਓਨਾਈਜ਼ ਹੋ ਜਾਂਦੇ ਆ, ਜਿਹਦੇ ਕਰਕੇ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਹੁੰਦੀ ਮੀਡੀਅਮ ਦੀ ਇਨਕਰੀਜ਼ ਹੋ ਜਾਂਦੀ ਆ, ਅਤੇ ਮੇਰੀ ਜਿਹੜੀ ਆਰਕ ਹੁੰਦੀ ਆ ਉਹ ਰੀਸਟਰਾਈਕ ਨਹੀਂ ਹੁੰਦੀ। ਨੈਕਸਟ ਕੂਲਿੰਗ ਵੀ ਆਪਾਂ ਲਾਸਟ ਦੇ ਵਿੱਚ ਪੜ੍ਹਿਆ, ਉਹ ਵੀ ਸੇਮ ਹੀ ਵਰਕਿੰਗ ਆ ਜਾਣਗੇ। ਅਤੇ ਨੈਕਸਟ ਲਾਸਟ ਆ ਜਾਂਦਾ ਬਲਾਸਟ ਇਫੈਕਟ। ਬਲਾਸਟ ਇਫੈਕਟ ਦੇ ਵਿੱਚ ਕੀ ਹੁੰਦਾ, ਇੱਕਦਮ ਆਪਾਂ ਬਹੁਤ ਸਾਰੀ ਏਅਰ ਜਾਂ ਬਹੁਤ ਸਾਰਾ ਗੈਸ ਦਾ ਆਪਾਂ ਬਲਾਸਟ ਕਰ ਦੇਣਾ, ਫੋਰਸ ਕਰਨਾ ਆ, ਜਾਂ ਆਇਲ ਨੂੰ ਫੋਰਸ ਕਰਨਾ, ਉੱਥੇ ਆਇਲ ਨੂੰ ਬਹੁਤ ਸਾਰੇ ਨੂੰ ਭੇਜਣਾ, ਤਾਂ ਕਿ ਕੰਟੈਕਟ ਦੀ ਜਿਹੜੀ ਸਪੇਸ ਆ ਨਾ, ਉਹ ਗੈਸ ਜਾਂ ਫਿਰ ਉਹ ਜਿਹੜੀ ਏਅਰ ਆ ਜਾਂ ਫਿਰ ਉਹ ਆਇਲ ਆ ਨਾ, ਉਹ ਕੰਟੈਕਟ ਦੀ ਸਪੇਸ ਨੂੰ ਫਿਲ ਕਰ ਦੇਵੇ ਜਲਦੀ ਤੋਂ ਜਲਦੀ, ਤਾਂ ਕਿ ਜਿਹੜੇ ਮੇਰੇ ਆਇਓਨਾਈਜ਼ਡ ਪਾਰਟੀਕਲ ਆ ਉਹ ਜਲਦੀ ਤੋਂ ਜਲਦੀ ਡੀ ਆਇਓਨਾਈਜ਼ ਹੋ ਜਾਣ, ਅਤੇ ਮੇਰੇ ਕੋਲ ਕੀ ਆ ਦੁਬਾਰਾ ਉੱਥੇ ਆਰਕ ਜਿਹੜੀ ਆ ਰੀਸਟਰਾਈਕ ਨਾ ਹੋਵੇ। ਠੀਕ ਆ, ਸੋ ਇਹ ਆਪਣੇ ਕੋਲ 2 ਮੈਥਡ ਸੀਗੇ, ਆਰਕ ਐਕਸਟਿੰਕਸ਼ਨ ਤੇ ਆਰਕ ਨੂੰ ਖਤਮ ਕਰਨ ਦੇ। ਨੈਕਸਟ ਆਪਾਂ ਸਟੱਡੀ ਕਰਨੀ ਆ ਵੋਲਟੇਜਸ ਰਿਲੇਟਡ ਟੂ ਆਰਕ, ਯਾਨੀ ਕਿ ਆਰਕ ਨਾਲ ਰਿਲੇਟਡ ਕਿਹੜੀਆਂ ਵੋਲਟੇਜਸ ਮੇਰੇ ਕੋਲ ਹੁੰਦੀਆਂ ਆ। ਫਸਟ ਵੋਲਟੇਜ ਆਉਂਦੀ ਆ ਆਰਕ ਵੋਲਟੇਜ। ਸੋ
ਆਰਕ ਵੋਲਟੇਜ ਕੀ ਹੁੰਦੀ ਆ? ਇਟ ਇਜ਼ ਦਾ ਵੋਲਟੇਜ ਦੈਟ ਅਪੀਅਰ ਅਕ੍ਰੋਸ ਦਾ ਕੰਟੈਕਟ ਆਫ ਸਰਕਟ ਬ੍ਰੇਕਰ ਡਿਊਰਿੰਗ ਦਾ ਆਰਕਿੰਗ ਪੀਰੀਅਡ। ਜਾਣੀ ਕਿ ਜਦੋਂ ਮੇਰੀ ਆਰਕ ਪ੍ਰੋਡਿਊਸ ਹੋਈ ਆ, ਜਦੋਂ ਯਾਨੀ ਕਿ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਏ ਆ, ਪਤਾ ਕਿ ਆਪਾਂ ਨੂੰ ਪਤਾ ਵੀ ਲਾਸਟ ਟਾਈਮ ਵੀ ਸਟੱਡੀ ਕੀਤਾ, ਜਦੋਂ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੋਇਆ ਤਾਂ ਉੱਥੇ ਆਰਕ ਪ੍ਰੋਡਿਊਸ ਹੁੰਦੀ ਹੈ ਨਾ। ਸੋ ਉਸ ਪਰਟੀਕੂਲਰ ਟਾਈਮ ਤੇ ਜਦੋਂ ਜਿਹੜੇ ਆਪਣੇ ਕੰਟੈਕਟ ਆ ਇੱਕ ਦੂਜੇ ਤੋਂ ਅਲੱਗ ਹੋਏ ਆ ਤੇ ਆਰਕਿੰਗ ਪੀਰੀਅਡ ਸਟਾਰਟ ਹੋ ਗਿਆ, ਯਾਨੀ ਕਿ ਆਰਕ ਬਣਨੀ ਸ਼ੁਰੂ ਹੋ ਗਈ, ਉਸ ਟਾਈਮ ਦੇ ਉੱਪਰ ਜਿਹੜੀ ਮੇਰੇ ਕੋਲ ਕੰਟੈਕਟ ਦੇ ਉੱਤੇ ਵੋਲਟੇਜ ਹੋਗੀ ਉਹਨੂੰ ਮੈਂ ਕਹਾਂਗਾ ਕਿ ਕੀ ਆ? ਆਰਕ ਵੋਲਟੇਜ ਆ ਮੇਰੇ ਕੋਲ। ਸੋ ਦਾ ਵੋਲਟੇਜ ਦੈਟ ਅਪੀਅਰ ਅਕ੍ਰੋਸ ਦਾ ਕੰਟੈਕਟ ਡਿਊਰਿੰਗ ਦਾ ਆਰਕਿੰਗ ਪੀਰੀਅਡ ਇਜ਼ ਕਾਲਡ ਆਰਕ ਵੋਲਟੇਜ। ਯਾਨੀ ਕਿ ਜਿਸ ਪੁਆਇੰਟ ਦੇ ਉੱਪਰ ਮੇਰੀ ਜਿਹੜੀ ਆ ਆਰਕ ਪ੍ਰੋਡਿਊਸ ਹੋਣੀ ਸ਼ੁਰੂ ਹੋਈ ਆ ਉਹਨੂੰ ਮੈਂ ਕਹੂੰਗਾ ਇਹ ਆਰਕਿੰਗ ਵੋਲਟੇਜ ਆ। ਨੈਕਸਟ ਮੇਰੇ ਕੋਲ ਸੈਕਿੰਡ ਆ ਜਾਂਦੀ ਹੈ ਰੀਸਟ੍ਰਾਈਕਿੰਗ ਵੋਲਟੇਜ। ਸੋ ਰੀਸਟ੍ਰਾਈਕਿੰਗ ਵੋਲਟੇਜ ਕੀ ਹੁੰਦੀ? ਨਾਮ ਤੋਂ ਪਤਾ, ਰੀਸਟ੍ਰਾਈਕ ਯਾਨੀ ਕਿ ਦੁਬਾਰਾ ਸਟ੍ਰਾਈਕ ਕਰਨਾ। ਸੋ ਜਿਹੜੀ ਵੋਲਟ ਆਪਣੇ ਕੋਲ ਆਰਕ ਖਤਮ ਹੋਣ ਤੋਂ ਬਾਅਦ ਕੀ ਹੁੰਦਾ ਆ, ਜਾਂ ਫਿਰ ਕਰੰਟ ਜ਼ੀਰੋ ਹੋਣ ਤੋਂ ਬਾਅਦ ਕੀ ਹੁੰਦਾ ਆ, ਆਪਣੇ ਕੋਲ ਨਾ ਫਿਰ ਦੁਬਾਰਾ ਹਾਈ ਫ੍ਰੀਕੁਐਂਸੀ ਟ੍ਰਾਂਜ਼ੀਐਂਟ ਜਿਹੜੇ ਹੁੰਦੇ ਨਾ ਉਹ ਆ ਜਾਂਦੇ ਆ, ਜਿਹਦੇ ਕਰਕੇ ਕੀ ਹੁੰਦਾ, ਇੱਕਦਮ ਜਿਹੜੇ ਪਾਰਟੀਕਲਸ ਹੁੰਦੇ ਆ ਨਾ ਉਹ ਆਇਓਨਾਈਜ਼ਡ ਹੋ ਕੇ ਦੁਬਾਰਾ ਤੇ ਕਰੰਟ ਜਿਹੜਾ ਆ ਉਹਨੂੰ ਫਲੋ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕਰੰਟ ਦੁਬਾਰਾ ਤੋਂ ਦੁਬਾਰਾ ਫਲੋ ਹੋ ਜਾਵੇ। ਠੀਕ ਹੈ। ਸੋ ਉਸ ਟਾਈਮ ਦੇ ਉਹ ਜਿਹੜੀ ਵੋਲਟੇਜ ਹੁੰਦੀ ਆ, ਜਿੱਦਾਂ ਡਾਇਗਰਾਮ ਦੇ ਵਿੱਚ ਵੀ ਦੇਖੋ, ਦੇਖੋ ਆਹ ਜਿਹੜੀ ਵੋਲਟੇਜ ਆ, ਇੱਥੇ ਇਹ ਵੋਲਟੇਜ ਨੂੰ ਮੈਂ ਕੀ ਕਹੂੰਗਾ ਕਿ ਇਹ ਰੀਸਟ੍ਰਾਈਕਿੰਗ ਵੋਲਟੇਜ, ਕਿਉਂਕਿ ਦੇਖੋ ਇੱਥੇ ਕਰੰਟ ਜ਼ੀਰੋ ਸੀਗਾ, ਜ਼ੀਰੋ ਕਰੰਟ ਦੇ ਉੱਪਰ ਤਾਂ ਮੇਰਾ ਸਰਕਟ ਬ੍ਰੇਕਰ ਜਿਹੜਾ ਸੀਗਾ ਇਹ ਓਪਨ ਹੋਣ ਲੱਗਾ। ਉਸ ਟਾਈਮ ਤੇ ਆਰਕਿੰਗ ਜਦੋਂ ਓਪਨ ਹੋਇਆ, ਆਰਕਿੰਗ ਪੀਰੀਅਡ ਸਟਾਰਟ ਹੋ ਗਿਆ, ਉਹ ਇਸ ਪੁਆਇੰਟ ਤੇ ਜਿਹੜੀ ਵੋਲਟੇਜ ਹੋਗੀ ਉਹਨੂੰ ਮੈਂ ਆਰਕ ਵੋਲਟੇਜ ਕਹੂੰਗਾ। ਬਟ ਥੋੜੇ ਟਾਈਮ ਬਾਅਦ ਕੀ ਹੋਇਆ, ਜਦੋਂ ਕਰੰਟ ਦੀ ਵੈਲਿਊ ਫਿਰ ਇਨਕਰੀਜ਼ ਹੋਣੀ ਸ਼ੁਰੂ ਹੋਈ ਤਾਂ ਉਸ ਟਾਈਮ ਕੀ ਹੋਇਆ, ਮੇਰੇ ਕੋਲ ਰੀਸਟ੍ਰਾਈਕਿੰਗ ਵੋਲਟੇਜ ਅਪੀਅਰ ਹੋ ਗਈ, ਯਾਨੀ ਕਿ ਜਿਹੜਾ ਉੱਥੇ ਆਰਕ ਸੀਗੀ ਉਹ ਦੁਬਾਰਾ ਪ੍ਰੋਡਿਊਸ ਹੋਣ ਦੀ ਉਹਨੇ ਕੋਸ਼ਿਸ਼ ਕੀਤੀ। ਸੋ ਉਹ ਜਿਹੜੀ ਵੋਲਟੇਜ ਹੋਗੀ ਉਹਨੂੰ ਮੈਂ ਕਹਿੰਦਾ ਵੀ ਇਹ ਰੀਸਟ੍ਰਾਈਕਿੰਗ ਵੋਲਟੇਜ। ਸੋ ਰੀਸਟ੍ਰਾਈਕਿੰਗ ਵੋਲਟੇਜ ਪ੍ਰੋਡਿਊਸ ਹੋਣ ਦਾ ਮੇਨ ਰੀਜ਼ਨ ਹੁੰਦਾ ਕਿ ਆਪਣਾ ਜਿਹੜਾ ਆਇਓਨਾਈਜ਼ਡ ਪਾਰਟੀਕਲ ਹੁੰਦਾ, ਜਿਹੜਾ ਮੈਗਨੈਟਿਕ ਫੀਲਡ ਹੁੰਦਾ ਨਾ, ਜਦੋਂ ਕੰਟੈਕਟ ਅਲੱਗ ਹੁੰਦੇ ਆ, ਵੈਸੇ ਤਾਂ ਆਪਾਂ ਦੇਖੋ ਕਰੰਟ ਜ਼ੀਰੋ ਹੋਣ ਤੇ ਆਪਾਂ ਕੰਟੈਕਟ ਤਾਂ ਅਲੱਗ ਕਰ ਲਏ ਆ, ਬਟ ਉਸ ਪਰਟੀਕੂਲਰ ਟਾਈਮ ਦੇ ਵਿੱਚ ਕੀ ਹੁੰਦਾ, ਮਿਲੀ ਸੈਕਿੰਡਸ ਦੇ ਵਿੱਚ ਜਿਹੜੀ ਏਅਰ ਹੁੰਦੀ ਨਾ ਉਹ ਵੀ ਬਹੁਤ ਜ਼ਿਆਦਾ ਆਇਓਨਾਈਜ਼ਡ ਹੋ ਜਾਂਦੀ ਆ। ਠੀਕ ਆ, ਮੈਗਨੈਟਿਕ ਫੀਲਡ ਤੇ ਇਲੈਕਟ੍ਰਿਕ ਫੀਲਡ ਦੇ ਕਰਕੇ, ਜਿਹਦੇ ਕਰਕੇ ਜਿਹੜੀ ਆਰਕ ਉਹ ਫਿਰ ਦੁਬਾਰਾ ਬਣ ਜਾਂਦੀ ਹੈ ਕੰਟੈਕਟ ਦੇ ਵਿੱਚ, ਯਾਨੀ ਕਿ ਕਰੰਟ ਜਿਹੜਾ ਫਲੋ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਵੀ ਓਪਨ ਕੰਟੈਕਟ ਦੇ ਵਿੱਚੋਂ ਵੀ। ਸੋ ਉਹ ਹਾਈ ਵੋਲਟੇਜ ਟ੍ਰਾਂਜ਼ੀਐਂਟਸ ਹੁੰਦੇ ਆ। ਦੇਖੋ ਇਹਦੇ ਵਿੱਚ ਕੀ ਆ, ਹਾਈ ਫ੍ਰੀਕੁਐਂਸੀ ਟ੍ਰਾਂਜ਼ੀਐਂਟਸ ਜਾਂ ਹਾਈ ਵੋਲਟੇਜ ਆ। ਦੇਖੋ ਵੋਲਟੇਜ ਵੀ ਵੱਧਦਾ ਤੇ ਟ੍ਰਾਂਜ਼ੀਐਂਟਸ ਵੀ ਜ਼ਿਆਦਾ, ਯਾਨੀ ਕਿ ਫ੍ਰੀਕੁਐਂਸੀ ਵੀ ਦੇਖੋ ਉਹਦੀ ਕਿੰਨੀ ਜ਼ਿਆਦਾ। ਸੋ ਇਹ ਜਿਹੜੀ ਵੋਲਟੇਜ ਹੋਗੀ ਇਹਨੂੰ ਮੈਂ ਕਹੂੰਗਾ ਕਿ ਇਹ ਕੀ ਆ, ਰੀਸਟ੍ਰਾਈਕਿੰਗ ਵੋਲਟੇਜ, ਯਾਨੀ ਕਿ ਦੁਬਾਰਾ ਰੀਸਟ੍ਰਾਈਕ ਕਰ ਗਈ ਵੋਲਟੇਜ। ਸੋ ਇਹ ਟ੍ਰਾਂਜ਼ੀਐਂਟ ਸੋ ਦਿਸ ਟ੍ਰਾਂਜ਼ੀਐਂਟ ਵੋਲਟੇਜ ਇਜ਼ ਨੋਨ ਐਜ਼ ਰੀਸਟ੍ਰਾਈਕਿੰਗ ਵੋਲਟੇਜ। ਨੈਕਸਟ ਮੇਰੇ ਕੋਲ ਆ ਜਾਂਦੀ ਹੈ ਰਿਕਵਰੀ ਵੋਲਟੇਜ। ਨਾਮ ਤੋਂ ਹੀ ਪਤਾ ਲੱਗਦਾ ਕਿ ਰਿਕਵਰੀ ਯਾਨੀ ਕਿ ਜਿੱਥੇ ਜਾ ਕੇ ਕੀ ਆ, ਸਰਕਟ ਬ੍ਰੇਕਰ ਫਿਰ ਦੁਬਾਰਾ ਆਪਣਾ 50 ਹਰਟਜ਼ ਦੇ ਉੱਪਰ ਨਾਰਮਲ ਫ੍ਰੀਕੁਐਂਸੀ ਦੇ ਉੱਪਰ ਆ ਗਿਆ ਤੇ ਕੰਮ ਕਰਨ ਲੱਗ ਪਿਆ। ਆਰਕ ਜਿਹੜੀ ਆ ਐਕਸਟਿੰਗੁਇਸ਼ ਹੋ ਚੁੱਕੀ ਆ। ਸੋ ਡਾਇਗਰਾਮ 'ਚ ਵੀ ਦੇਖੋ, ਆ ਦੇਖੋ ਨਾਰਮਲ ਕੀ ਹੈ, ਇੱਥੇ ਆ ਗਏ ਕਰੰਟ ਦੀ ਜਿਹੜੀ ਵੈਲਿਊ ਆ ਇਹ ਨਾਰਮਲ ਹੋ ਗਈ ਆ ਤੇ ਨਾਰਮਲੀ ਜਿਹੜਾ ਸਰਕਟ ਬ੍ਰੇਕਰ ਜਿੱਦਾਂ ਕੰਮ ਕਰਦਾ ਉੱਦਾਂ ਹੀ ਕੰਮ ਕਰਨ ਲੱਗ ਪਿਆ। ਇਹਨੂੰ ਮੈਂ ਕਹੂੰਗਾ ਕਿ ਇਹ ਕੀ ਹੈ, ਰਿਕਵਰੀ ਵੋਲਟੇਜ ਆ। ਸੋ ਇਟ ਇਜ਼ ਦਾ ਨਾਰਮਲ ਫ੍ਰੀਕੁਐਂਸੀ ਆਰਐਮਐਸ ਵੋਲਟੇਜ ਦੈਟ ਅਪੀਅਰ ਕਰੋਸ ਦਾ ਕੰਟੈਕਟ ਆਫ ਦਾ ਸਰਕਟ ਬ੍ਰੇਕਰ ਆਫਟਰ ਫਾਈਨਲ ਆਰਕ ਐਕਸਟਿੰਕਸ਼ਨ। ਸੋ ਰਿਕਵਰੀ ਵੋਲਟੇਜ ਕੀ ਆ, ਨਾਰਮਲ ਫ੍ਰੀਕੁਐਂਸੀ ਵੋਲਟੇਜ ਆ ਜਿਹੜੀ ਅਪੀਅਰ ਹੁੰਦੀ ਹੈ ਕੰਟੈਕਟ ਦੇ ਉੱਪਰ ਜਦੋਂ ਆਰਕ ਮੇਰੀ ਖਤਮ ਹੋ ਜਾਂਦੀ ਹੈ, ਯਾਨੀ ਕਿ ਆਰਕ ਫਾਈਨਲ ਆਰਕ ਖਤਮ ਹੋਣ ਤੋਂ ਬਾਅਦ ਜਿਹੜੀ ਵੋਲਟੇਜ ਜਾਂ ਜਿਹੜੀ ਨਾਰਮਲ ਫ੍ਰੀਕੁਐਂਸੀ ਮੇਰੇ ਕੰਟੈਕਟ ਸਰਕਟ ਬ੍ਰੇਕਰ ਦੇ ਕੰਟੈਕਟ ਦੇ ਉੱਤੇ ਅਪੀਅਰ ਹੁੰਦੀ ਆ, ਉਹਨੂੰ ਮੈਂ ਕਹਿੰਦਾ ਵੀ ਇਹ ਕੀ ਆ, ਰਿਕਵਰੀ ਵੋਲਟੇਜ ਆ। ਤੇ ਇਹ ਜਿਹੜੀ ਵੋਲਟੇਜ ਹੁੰਦੀ ਆ ਇਕੁਅਲ ਹੁੰਦੀ ਆ ਸਿਸਟਮ ਵੋਲਟੇਜ ਦੇ, ਯਾਨੀ ਕਿ ਜੇ ਸਿਸਟਮ 11 kV ਦਾ ਆ ਤੇ ਇਹ ਵੀ ਵੋਲਟੇਜ ਕੀ ਹੋਊਗੀ, ਮੇਰੀ 11 kV ਦੀ ਹੀ ਵੋਲਟੇਜ ਹੋਊਗੀ। ਇਸ ਪੁਆਇੰਟ ਤੇ ਜਦੋਂ ਰਿਕਵਰੀ ਵੋਲਟੇਜ ਆ ਗਈ, ਰਿਕਵਰੀ ਵੋਲਟੇਜ ਤੋਂ ਬਾਅਦ ਜਿਹੜਾ ਹੁੰਦਾ ਰੀਸਟ੍ਰਾਈਕ ਵੋਲਟੇਜ ਦਾ ਕੋਈ ਕੰਮ ਨਹੀਂ ਹੁੰਦਾ। ਸੋ ਰਿਕਵਰੀ ਵੋਲਟੇਜ ਤੋਂ ਬਾਅਦ ਜਿਹੜਾ ਆ ਸਿਸਟਮ ਜਿਹੜਾ ਆ ਮੇਰਾ ਆਪਣੇ ਆਪ ਈਜ਼ੀਲੀ ਜਿਹੜਾ ਆ ਨਾਰਮਲ ਜਿੱਦਾਂ ਕੰਮ ਕਰਦਾ ਪਹਿਲਾਂ ਉੱਦਾਂ ਹੀ ਜਿਹੜਾ ਦੁਬਾਰਾ ਕੰਮ ਕਰਨ ਲੱਗ ਜਾਂਦਾ। ਇਸੇ ਕਰਕੇ ਇਹਨੂੰ ਆਪਾਂ ਰਿਕਵਰੀ ਵੋਲਟੇਜ ਕਹਿੰਦੇ ਆ। ਸੋ at such an instant the medium between the contact is strong enough to prevent the breakdown by the restriking voltage। ਨੈਕਸਟ ਮੇਰੇ ਕੋਲ ਆ ਜਾਂਦੀ ਹੈ ਸਰਕਟ ਬ੍ਰੇਕਰ ਰੇਟਿੰਗ। ਸੋ ਇਹ 3 ਵੋਲਟੇਜ ਸੀਗੀਆਂ ਮੇਨ, ਇਹਨੂੰ ਸਟੱਡੀ ਚੰਗੀ ਤਰ੍ਹਾਂ ਕਰਨਾ, ਨੋਟਸ ਵੀ ਜ਼ਰੂਰ ਬਣਾ ਲਿਓ, ਇੰਪੋਰਟੈਂਟ ਆ ਇਹ। ਆਰਕ ਵੋਲਟੇਜ, ਰੀਸਟ੍ਰਾਈਕਿੰਗ ਵੋਲਟੇਜ ਐਂਡ ਰਿਕਵਰੀ ਵੋਲਟੇਜ। ਸੋ ਇਹ ਨਾਮ ਤੋਂ ਹੀ ਤੁਹਾਨੂੰ ਇਹਦੀ ਜਿਹੜੀ ਆ ਵਰਕਿੰਗ ਜਿਹੜੀ ਆ ਤਿੰਨਾਂ ਵੋਲਟੇਜਸ ਦੀ ਪਤਾ ਹੋਣੀ ਚਾਹੀਦੀ ਆ ਕਿ ਤਿੰਨਾਂ ਵੋਲਟੇਜਸ ਜਿਹੜੀਆਂ ਤਿੰਨੋਂ ਵੋਲਟੇਜਸ ਹੁੰਦੀਆਂ ਉਹ ਕੀ ਹੁੰਦੀਆਂ। ਆਰਕ ਵੋਲਟੇਜ ਜਦੋਂ ਕੰਟੈਕਟ ਅਲੱਗ ਹੋਏ ਉਸ ਟਾਈਮ ਤੇ ਜਿਹੜੀ ਵੋਲਟੇਜ ਆ, ਰੀਸਟ੍ਰਾਈਕਿੰਗ ਵੋਲਟੇਜ ਉਹ ਹਾਈ ਫ੍ਰੀਕੁਐਂਸੀ ਟ੍ਰਾਂਜ਼ੀਐਂਟ ਜਿਹਦੇ ਕਰਕੇ ਆਰਕ ਦੁਬਾਰਾ ਰੀਸਟ੍ਰਾਈਕ ਹੋ ਗਈ ਆ। ਤੇ ਰਿਕਵਰੀ ਵੋਲਟੇਜ ਕੀ ਆ, ਜਦੋਂ ਫਾਈਨਲੀ ਜਿਹੜਾ ਆ ਆਰਕ ਐਕਸਟਿੰਗੁਇਸ਼ ਹੋ ਗਈ ਆ ਤੇ ਜਿਹੜਾ ਮੇਰਾ ਸਰਕਟ ਬ੍ਰੇਕਰ ਆ ਉਹਦੇ ਜਿਹੜੇ ਕੰਟੈਕਟ ਆ ਉਹਨਾਂ ਦੇ ਉੱਪਰ ਨਾਰਮਲ ਫ੍ਰੀਕੁਐਂਸੀ ਵੋਲਟੇਜ ਜਿਹੜੀ ਆ ਉਹ ਦੁਬਾਰਾ ਤੋਂ ਆ ਗਈ ਆ ਤੇ ਸਰਕਟ ਬ੍ਰੇਕਰ ਨਾਰਮਲੀ ਜਿੱਦਾਂ ਕੰਮ ਕਰਦਾ ਪਹਿਲਾਂ ਉੱਦਾਂ ਹੀ ਕੰਮ ਕਰਨ ਲੱਗ ਗਿਆ, ਉਹ ਹੁੰਦੀ ਰਿਕਵਰੀ ਵੋਲਟੇਜ। ਨੈਕਸਟ ਮੇਰੇ ਕੋਲ ਆ ਜਾਂਦਾ ਸਰਕਟ ਬ੍ਰੇਕਰ ਰੇਟਿੰਗਸ।
ਦੇਖੋ ਰੇਟਿੰਗ ਕੀ ਹੁੰਦੀ, ਜਿੱਦਾਂ ਹੁਣ ਆਪਾਂ ਮੰਨ ਲਓ ਆਪਾਂ ਵੋਲਟ ਮੀਟਰ ਲੈਂਦੇ ਹਾਂ ਤਾਂ ਉਹਦੀ ਵੋਲਟੇਜ ਰੇਟਿੰਗ ਆ, ਠੀਕ ਆ, ਵੀ ਉਹ 110 ਵੋਲਟ ਮੇਲ ਕਰਦਾ ਜਾਂ 220 ਵੋਲਟ ਮੇਲ ਕਰਦਾ, ਠੀਕ ਆ। ਜੇ ਆਪਾਂ ਐਮੀਟਰ ਲੈਂਦੇ ਹਾਂ ਤਾਂ ਉਹਦੀ ਵੀ ਇੱਕ ਰੇਟਿੰਗ ਹੁੰਦੀ ਹੈ ਕਿ ਦੇਖੋ ਇਹ 10 ਐਂਪੀਅਰ ਤੱਕ ਜਿਹੜਾ ਇਹ ਕੰਮ ਕਰ ਸਕਦਾ ਹੈ, ਜਿਹੜਾ ਐਮੀਟਰ ਆ। ਉਹਦੇ ਸਰਕਟ ਬ੍ਰੇਕਰ ਦੀਆਂ ਵੀ ਕੁਛ ਰੇਟਿੰਗਸ ਹੁੰਦੀਆਂ। ਸੋ ਉਹ ਰੇਟਿੰਗਸ ਜਿਹੜਾ ਆ ਉਹਨਾਂ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ 3 ਜਿਹੜੇ ਮੇਨ ਕੰਮ ਜਾਂ ਮੇਜਰ ਡਿਊਟੀਜ਼ ਆ ਸਰਕਟ ਬ੍ਰੇਕਰ ਦੀਆਂ ਉਹ ਪਤਾ ਹੋਣੀਆਂ ਚਾਹੀਦੀਆਂ। ਉਹ ਕੀ ਨੇ? ਸਭ ਤੋਂ ਪਹਿਲੀ ਡਿਊਟੀ ਕੀ ਆ? ਇਟ ਮਸਟ ਬੀ ਕੈਪੇਬਲ ਟੂ ਓਪਨ ਦਾ ਸਰਕਟ ਅੰਡਰ ਫਾਲਟੀ ਕੰਡੀਸ਼ਨ, ਯਾਨੀ ਕਿ ਜਦੋਂ ਵੀ ਫਾਲਟ ਆਵੇ ਤਾਂ ਆਟੋਮੈਟਿਕਲੀ ਸਰਕਟ ਬ੍ਰੇਕਰ ਜਿਹੜਾ ਆ ਉਹ ਸਰਕਟ ਨੂੰ ਓਪਨ ਕਰ ਦੇਵੇ। ਸੈਕਿੰਡ ਡਿਊਟੀ ਕੀ ਆ? ਮਸਟ ਬੀ ਕੈਪੇਬਲ ਟੂ ਕਲੋਜ਼ ਦਾ ਸਰਕਟ ਔਨ ਫਾਲਟੀ ਕੰਡੀਸ਼ਨ, ਯਾਨੀ ਕਿ ਜਦੋਂ ਵੀ ਕੋਈ ਫਾਲਟ ਆਵੇ ਤਾਂ ਸਰਕਟ ਬ੍ਰੇਕਰ ਕੈਪੇਬਲ ਹੋਵੇ ਵੀ ਕਲੋਜ਼ ਕਰ ਸਕੀਏ ਇਸ ਫਾਲਟੀ ਕੰਡੀਸ਼ਨ ਦੇ ਵਿੱਚ ਹੀ। ਫੋਰ ਐਗਜ਼ਾਮਪਲ ਤੁਹਾਡੇ ਘਰ 'ਚ MCB ਲੱਗਾ, ਤੁਹਾਡੇ ਕੋਈ ਫਾਲਟ ਆ ਗਿਆ, MCB ਟ੍ਰਿਪ ਹੋ ਗਿਆ, ਉਸ ਤੋਂ ਬਾਅਦ ਹੁਣ ਆਪਾਂ ਨੂੰ ਨਹੀਂ ਪਤਾ ਵੀ ਫਾਲਟ ਕਲੀਅਰ ਹੋਇਆ ਜਾਂ ਨਹੀਂ ਹੋਇਆ, ਜਾਂ ਆਪਾਂ ਆਪਣੇ ਵੱਲੋਂ ਜਿਹੜਾ ਆ ਫਾਲਟ ਕਲੀਅਰ ਕਰਤਾ ਆ, ਆਪਾਂ ਉਹਨੂੰ ਦੁਬਾਰਾ ਜਿਹੜਾ ਆ ਔਨ ਕਰਦੇ ਆ। ਜੇ ਤਾਂ ਫਾਲਟ ਹੋਵੇ ਤਾਂ ਉਹ ਕੀ ਆ? ਬੰਦ ਹੋ ਜਾਵੇ, ਅਦਰਵਾਈਜ਼ ਕੀ ਆ? ਉਹ ਚੱਲ ਪਵੇ। ਸੋ ਜੇ ਉਹਦੇ ਵਿੱਚ ਕੈਪੇਬਿਲਿਟੀ ਹੋਊਗੀ ਕਿ ਫਾਲਟੀ ਕੰਡੀਸ਼ਨ 'ਤੇ ਔਨ ਹੋ ਸਕੇ ਤਾਂ ਹੀ ਫਾਲਟੀ ਕੰਡੀਸ਼ਨ 'ਤੇ ਆਪਾਂ ਔਨ ਕਰ ਸਕਾਂਗੇ, ਠੀਕ ਆ। ਸੋ ਜਿਹੜਾ ਸਰਕਟ ਬ੍ਰੇਕਰ ਉਹ ਕੈਪੇਬਲ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ ਖਰਾਬ ਕੀਤੇ ਬਿਨਾਂ ਜਾਂ ਆਪਣੇ ਆਪ ਨੂੰ ਡੈਮੇਜ ਕੀਤੇ ਬਿਨਾਂ ਫਾਲਟੀ ਕੰਡੀਸ਼ਨ ਵਿੱਚ ਵੀ ਕੀ ਆ? ਕਲੋਜ਼ ਹੋ ਸਕੇ, ਤਾਂ ਹੀ ਆਪਾਂ ਨੂੰ ਜਿਹੜਾ ਆ ਕਲੀਅਰ ਹੋਊਗਾ ਕਿ ਫਾਲਟ ਕਲੀਅਰ ਹੋਇਆ ਕਿ ਨਹੀਂ ਹੋਇਆ। ਥਰਡ ਪੁਆਇੰਟ ਮੇਰੇ ਕੋਲ ਹੈਗਾ ਆ, ਇਟ ਮਸਟ ਕੈਪੇਬਲ ਆਫ ਕੈਰਿੰਗ ਫਾਲਟ ਕਰੰਟ ਸੇਫਲੀ ਫॉर ਅ ਸ਼ਾਰਟ ਟਾਈਮ ਵਾਈਲ ਅਨਦਰ ਸਰਕਟ ਬ੍ਰੇਕਰ ਇਜ਼ ਕਲੀਅਰਿੰਗ ਦਾ ਫਾਲਟ। ਯਾਨੀ ਕਿ ਮੰਨ ਲਓ ਜੇ 2 ਸਰਕਟ ਬ੍ਰੇਕਰ ਜਿਹੜੇ ਆ ਮੇਰੇ ਲੱਗੇ ਹੋਏ ਆ ਕੰਟੀਨਿਊ, ਇੱਕੋ ਬੱਸ ਬਾਰ ਦੇ ਨਾਲ 2 ਸਰਕਟ ਬ੍ਰੇਕਰ ਲੱਗੇ ਹੋਏ ਆ। ਸੋ ਜਦੋਂ ਇੱਕ ਸਰਕਟ ਬ੍ਰੇਕਰ ਫਾਲਟ ਕਲੀਅਰ ਕਰ ਰਿਹਾ ਤਾਂ ਦੂਸਰੇ ਦੀ ਵਰਕਿੰਗ 'ਤੇ ਉਹਦਾ ਕੋਈ ਇਫੈਕਟ ਨਹੀਂ ਪੈਣਾ ਚਾਹੀਦਾ। ਪੁਆਇੰਟ ਸਮਝ ਰਹੇ ਮੇਰਾ? ਹੁਣ ਜਿੱਦਾਂ ਆਪਣੇ ਘਰ ਦੇ ਵਿੱਚ ਮੰਨ ਲਓ 5 ਕਮਰੇ ਨੇ, 5 ਕਮਰਿਆਂ ਦੇ 5 MCB ਲੱਗੇ ਹੋਏ ਆ। ਜੇ ਮੰਨ ਲਓ ਇੱਕ ਕਮਰੇ ਦੇ ਵਾਇਰਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹਦਾ MCB ਜਦੋਂ ਟ੍ਰਿਪ ਹੋਇਆ, ਇਹਦਾ ਮਤਲਬ ਇਹ ਨਹੀਂ ਕਿ ਨਾਲ ਦਾ ਵੀ ਡਰ ਕੇ ਬੰਦ ਹੋ ਜਾਵੇ, ਠੀਕ ਆ। ਸੋ ਬਾਕੀ ਜਿਹੜੇ MCBs ਨੇ 4, ਉਹਨਾਂ ਨੂੰ ਆਪਣੀ ਡਿਊਟੀ ਜਿਹੜੀ ਆ ਸਹੀ ਤਰੀਕੇ ਨਾਲ ਪਰਫਾਰਮ ਕਰਦੇ ਰਹਿਣਾ ਚਾਹੀਦਾ, ਉਹਨਾਂ ਨੂੰ ਚੱਲਦੇ ਰਹਿਣਾ ਚਾਹੀਦਾ। ਸਿਰਫ ਉਹੀ ਬੰਦ ਹੋਵੇ ਜਿਹੜਾ ਕੀ ਆ ਫਾਲਟੀ ਆ, ਜਿਹੜਾ ਰੂਮ ਆਪਣਾ ਫਾਲਟੀ ਆ, ਜਿਹਦੀ ਵਾਇਰਿੰਗ ਦੇ ਵਿੱਚ ਫਾਲਟ ਆ। ਸੋ ਇਹ 3 ਮੇਨ ਜਿਹੜੀਆਂ ਆ ਨਾ ਮੇਜਰ ਡਿਊਟੀਜ਼ ਹੁੰਦੀਆਂ ਇੱਕ ਸਰਕਟ ਬ੍ਰੇਕਰ ਦਾ। ਸੋ ਇਹ ਡਿਊਟੀਜ਼ ਦੇ ਅਕੋਰਡਿੰਗ ਹੀ ਆਪਾਂ ਕੀ ਹੈ ਸਰਕਟ ਬ੍ਰੇਕਰ ਨੂੰ ਰੇਟ ਕੀਤਾ ਹੁੰਦਾ। ਸੋ ਅਕੋਰਡਿੰਗ ਟੂ ਦਾ ਡਿਊਟੀ ਪਰਫਾਰਮਡ ਬਾਈ ਸਰਕਟ ਬ੍ਰੇਕਰ ਐਜ਼ ਮੈਂਸ਼ਨਡ ਅਬਵ, ਸਰਕਟ ਬ੍ਰੇਕਰਸ ਹੈਵ ਫੋਲੋਇੰਗ ਰੇਟਿੰਗਸ। ਫਸਟ ਰੇਟਿੰਗ ਉਹ ਜਿਹੜੀ ਆ ਜਾਂਦੀ ਆ ਬ੍ਰੇਕਿੰਗ ਕਪੈਸਿਟੀ। ਬ੍ਰੇਕਿੰਗ ਕਪੈਸਿਟੀ ਕੀ ਹੁੰਦੀ ਆ? The RMS value of current that circuit breaker is capable of breaking at a given recovery voltage and under specific condition is known as breaking capacity. So breaking capacity ਕੀ ਹੁੰਦੀ ਆ? ਜੇ ਇਸ ਰੇਟਿੰਗ ਜਾਂ ਜੇ ਇਸ ਵੋਲਟੇਜ 'ਤੇ ਜਾ ਕੇ ਮੇਰਾ ਸਰਕਟ ਬ੍ਰੇਕਰ ਜਿਹੜਾ ਆ ਸਰਕਟ ਨੂੰ ਬ੍ਰੇਕ ਕਰ ਦਿੰਦਾ ਹੈ, ਠੀਕ ਆ। ਜੇ ਇਸ RMS ਕਰੰਟ ਦੀ ਜੇ ਇਸ RMS ਵੈਲਿਊ 'ਤੇ ਜਾ ਕੇ ਸਰਕਟ ਬ੍ਰੇਕਰ ਕੀ ਕਰਦਾ ਆ? ਬ੍ਰੇਕ ਕਰ ਦਿੰਦਾ ਹੈ ਮੇਰੇ ਸਰਕਟ ਨੂੰ ਜਾਂ ਓਪਨ ਕਰ ਦਿੰਦਾ ਆ, ਉਹਨੂੰ ਆਪਾਂ ਕਵਾਂਗੇ ਵੀ ਇਹ ਸਰਕਟ ਬ੍ਰੇਕਰ ਦੀ ਬ੍ਰੇਕਿੰਗ ਕਪੈਸਿਟੀ ਆ। ਉਹ ਬ੍ਰੇਕਿੰਗ ਕਪੈਸਿਟੀ 300 ਐਂਪੀਅਰ ਵੀ ਹੋ ਸਕਦੀ ਹੈ, 400 ਐਂਪੀਅਰ ਵੀ ਹੋ ਸਕਦੀ ਆ, ਉਹ ਡਿਪੈਂਡ ਕਰਦਾ, ਠੀਕ ਆ। ਸੋ ਉਹ ਮੇਰੇ ਸਰਕਟ ਬ੍ਰੇਕਰ ਦੀ ਆ ਜਾਂਦੀ ਆ ਬ੍ਰੇਕਿੰਗ ਕਪੈਸਿਟੀ। ਸੋ ਜੇ ਤਾਂ ਕਰੰਟ ਮੇਰਾ ਜਿਹੜਾ ਆ ਸਿਮੈਟ੍ਰੀਕਲ ਆ ਤਾਂ ਬ੍ਰੇਕਿੰਗ ਕਪੈਸਿਟੀ ਨੂੰ ਮੈਂ ਕਹੂੰਗਾ ਕਿ ਇਹ ਸਿਮੈਟ੍ਰੀਕਲ ਬ੍ਰੇਕਿੰਗ ਕਪੈਸਿਟੀ ਆ। ਅਤੇ ਜੇ ਮੇਰਾ ਕਰੰਟ ਅਸਿਮੈਟ੍ਰੀਕਲ ਆ, ਯਾਨੀ ਕਿ ਅਲੱਗ-ਅਲੱਗ ਵੈਲਿਊ ਆ ਤਿੰਨੋਂ ਫੇਸਿਸ ਦੇ ਵਿੱਚ, ਤਾਂ ਉਹਨੂੰ ਮੈਂ ਕਹੂੰਗਾ ਵੀ ਇਹ ਏਸਿਮੈਟ੍ਰੀਕਲ ਜਾਂ ਅਸਿਮੈਟ੍ਰੀਕਲ ਜਿਹੜੀ ਆ ਬ੍ਰੇਕਿੰਗ ਕਪੈਸਿਟੀ ਆ। ਸੋ ਬ੍ਰੇਕਿੰਗ ਕਪੈਸਿਟੀ ਨੂੰ ਆਪਾਂ MVA ਦੇ ਵਿੱਚ ਹੀ ਐਕਸਪ੍ਰੈਸ ਕਰਦੇ ਆ। ਅਤੇ ਜੇ 3 ਫੇਸ ਸਰਕਟ ਦੀ ਆਪਾਂ ਬ੍ਰੇਕਿੰਗ ਕਪੈਸਿਟੀ ਦੇਖਣੀ ਹੋਵੇ ਤਾਂ ਫਾਰਮੂਲਾ ਲਿਖਿਆ ਹੋਇਆ ਥੱਲੇ, MVA is equal to √3 ਮਲਟੀਪਲਾਈ ਬਾਈ ਰੇਟਡ ਵੋਲਟੇਜ into rated breaking current multiply by 10⁻⁻6। ਸੋ ਇਹ ਜਿੰਨੇ ਵੀ ਸਰਕਟ ਬ੍ਰੇਕਰ ਜਦੋਂ ਆਪਾਂ ਬਾਏ ਕਰਦੇ ਹਾਂ ਤਾਂ ਉਹਨਾਂ ਦੇ ਉੱਪਰ ਕੀ ਹੁੰਦਾ, ਇਹ ਲਿਖੀਆਂ ਹੁੰਦੀਆਂ ਚੀਜ਼ਾਂ ਬ੍ਰੇਕਿੰਗ ਕਪੈਸਿਟੀ ਵਗੈਰਾ, ਜਾਂ ਅੱਗੇ ਵੀ ਜਿਹੜੀਆਂ ਆਪਾਂ ਪਾਉਂਦੇ ਸਾਰੀਆਂ ਮੈਂਸ਼ਨ ਕੀਤੀਆਂ ਹੁੰਦੀਆਂ। ਅੱਗੇ ਇੱਕ ਤੁਹਾਨੂੰ ਨੇਮ ਪਲੇਟ ਦਿਖਾਵਾਂਗੇ ਵੀ ਸਰਕਟ ਬ੍ਰੇਕਰ ਦੀ। ਸੋ ਇਹ ਬ੍ਰੇਕਿੰਗ ਕਪੈਸਿਟੀ ਸੀ। ਨੈਕਸਟ ਮੇਰੇ ਕੋਲ ਆ ਜਾਂਦਾ ਆ ਮੇਕਿੰਗ ਕਪੈਸਿਟੀ। ਸੋ ਬ੍ਰੇਕਿੰਗ ਕਪੈਸਿਟੀ ਆ ਦੇਖੋ ਇੱਥੇ ਲਿਖੀ ਹੋਈ ਆ ਬ੍ਰੇਕਿੰਗ ਕਪੈਸਿਟੀ। ਸੋ ਬ੍ਰੇਕਿੰਗ ਕਪੈਸਿਟੀ ਕੀ ਆ? 25 ਕਿਲੋ ਐਂਪੀਅਰ ਦੀ ਬ੍ਰੇਕਿੰਗ ਕਪੈਸਿਟੀ ਹੈ ਇਹਦੀ, ਯਾਨੀ ਕਿ 25,000 ਐਂਪੀਅਰ ਜਿਹੜੇ ਆ ਉਹ ਕੀ ਆ ਜਦੋਂ ਇਹਦੇ ਵਿੱਚੋਂ ਕ੍ਰੋਸ ਕਰ ਗਏ 3 ਸੈਕਿੰਡ ਤੋਂ ਜ਼ਿਆਦਾ ਤਾਂ ਇਹ ਕੀ ਹੋਊਗਾ? ਸਰਕਟ ਮੇਰਾ ਬ੍ਰੇਕ ਹੋ ਜਾਊਗਾ, ਠੀਕ ਆ। 3 ਸੈਕਿੰਡ ਤੋਂ ਜ਼ਿਆਦਾ ਕਿਉਂ ਕਿਹਾ? ਕਿਉਂਕਿ ਆ ਦੇਖੋ ਸ਼ਾਰਟ ਟਾਈਮ ਕਰੰਟ ਰੇਟਿੰਗ ਹੈ ਇਹਦੀ ਕਿ 3 ਸੈਕਿੰਡ ਵਾਸਤੇ 25 ਐਂਪੀਅਰ ਕਰੰਟ ਨੂੰ ਕੈਰੀ ਕਰ ਸਕਦਾ ਆ, ਠੀਕ ਹੈ। ਸੋ ਨੈਕਸਟ ਮੇਰੇ ਕੋਲ ਸੈਕਿੰਡ ਆ ਜਾਂਦਾ ਆ ਮੇਕਿੰਗ ਕਪੈਸਿਟੀ। ਮੇਕਿੰਗ ਕਪੈਸਿਟੀ ਕੀ ਹੁੰਦੀ ਆ? ਦਾ ਪੀਕ ਵੈਲਿਊ ਆਫ ਕਰੰਟ ਡਿਊਰਿੰਗ ਦਾ ਫਸਟ ਸਾਈਕਲ ਆਫ ਕਰੰਟ ਵੇਵ after the circuit is closed by circuit breaker is called making capacity। ਯਾਨੀ ਕਿ ਜੁੜੇ ਹੀ ਕੰਟੈਕਟ ਜੁੜੇ ਹੀ ਆਪਣੇ ਵਿੱਚੋਂ ਕਰੰਟ ਦੀ ਫਸਟ ਸਾਈਕਲ ਦੀ ਕਿੰਨੀ ਪੀਕ ਵੈਲਿਊ ਜਿਹੜੀ ਆਪਣੇ ਵਿੱਚੋਂ ਕ੍ਰੋਸ ਕਰਾ ਸਕਦੇ ਆ, ਉਹਨੂੰ ਆਪਾਂ ਕੀ ਕਹਿੰਦੇ ਆ ਵੀ ਇਹਦੀ ਮੇਕਿੰਗ ਕਪੈਸਿਟੀ। ਜਿੱਦਾਂ ਦੇਖੋ ਇੱਥੇ ਮੇਕਿੰਗ ਕਪੈਸਿਟੀ ਲਿਖੀ ਹੋਈ ਆ ਕਿੰਨੀ ਆ? 62.5 ਕਿਲੋ ਐਂਪੀਅਰ ਪੀਕ, ਠੀਕ ਆ।
ਇਹਦਾ ਕੀ ਮਤਲਬ ਆ ਕਿ ਜਿੱਦਾਂ ਮੰਨ ਲਓ ਮੇਰੇ ਸਰਕਟ ਦੇ ਸਰਕਟ ਬ੍ਰੇਕਰ ਜਿਹੜਾ ਟ੍ਰਿਪ ਹੋਇਆ, ਕੋਈ ਫਾਲਟ ਆਇਆ ਮੇਨ ਲਾਈਨ ਦੇ ਵਿੱਚ, ਤਾਂ ਹੁਣ ਮੈਨੂੰ ਪਤਾ ਨਹੀਂ ਹੈ ਕਿ ਫਾਲਟ ਕਲੀਅਰ ਹੋਇਆ, ਹੋ ਸਕਦਾ ਉਹ ਲਾਈਨ 'ਚ ਫਾਲਟ ਹੋਵੇ ਵੀ। ਸੋ ਜਿਹੜਾ ਮੇਰਾ ਸਰਕਟ ਬ੍ਰੇਕਰ ਆ ਇਹ ਕੀ ਕਰੂਗਾ, 62 ਕਿਲੋ 62.5 ਕਿਲੋ ਐਂਪੀਅਰ ਤੱਕ ਜਿਹੜੀ ਫਸਟ ਪੀਕ ਆ ਉਹ ਆਰਾਮ ਦੇ ਨਾਲ ਕੀ ਕਰੂਗਾ, ਇਹ ਬ੍ਰੇਕ ਕਰ ਦੂਗਾ ਸਰਕਟ ਨੂੰ। ਸੋ ਇਹ ਹੁੰਦੀ ਆ ਆਪਣੇ ਕੋਲ ਮੇਕਿੰਗ ਕਪੈਸਿਟੀ। ਦੇਖੋ 62 ਪੁਆਇੰਟ ਕਿੰਨਾ ਲਿਖਿਆ, 62.5 ਕਿਲੋ ਐਂਪੀਅਰ ਪੀਕ ਹੈ। ਪੀਕ ਦਾ ਮਤਲਬ ਪੀਕ, ਯਾਨੀ ਕਿ ਉੱਥੇ ਵੀ ਆ ਦੇਖੋ ਲਿਖਿਆ ਹੋਣਾ ਕਿ ਪੀਕ ਵੈਲਿਊ ਆਫ ਕਰੰਟ ਡਿਊਰਿੰਗ ਦਾ ਫਸਟ ਸਾਈਕਲ ਆਫ ਕਰੰਟ ਵੇਵ, ਯਾਨੀ ਕਿ ਜਿਹੜੀ ਮੇਰੇ ਕੋਲ ਫਾਲਟੀ ਕਰੰਟ ਜਿਹੜਾ ਮੇਰੇ ਕੋਲ ਆਇਆ ਆ, ਠੀਕ ਹੈ। ਸੋ ਦੇਖੋ ਫਾਲਟੀ ਕਰੰਟ ਦੀ ਵੈਲਿਊ ਜਿਹੜੀ ਹੋਗੀ, ਇਹ ਵੀ ਆਪਾਂ ਨੂੰ ਪਤਾ ਕਿ ਨਾਰਮਲ ਕਰੰਟ ਤੋਂ ਫਾਲਟੀ ਕਰੰਟ ਦੀ ਵੈਲਿਊ ਹਮੇਸ਼ਾ ਕੀ ਹੁੰਦੀ ਆ, ਜ਼ਿਆਦਾ ਹੀ ਹੁੰਦੀ ਆ। ਇਸੇ ਕਰਕੇ ਜਿਹੜੀ ਮੇਕਿੰਗ ਕਪੈਸਿਟੀ ਹੁੰਦੀ ਨਾ ਹਮੇਸ਼ਾ ਜ਼ਿਆਦਾ ਹੀ ਆਪਾਂ ਰੱਖਦੇ ਹਾਂ ਕਿ ਜਿਹੜਾ 62 ਕਿਲੋ ਐਂਪੀਅਰ ਤੱਕ ਦਾ ਕਰੰਟ ਆ ਨਾ, ਉਹ ਇਹਦੇ ਕੰਟੈਕਟ ਦੇ ਉੱਪਰ ਕੀ ਆ, ਕੰਟੈਕਟ ਨੂੰ ਡੈਮੇਜ ਨਹੀਂ ਕਰੂਗਾ, ਯਾਨੀ ਕਿ ਕੰਟੈਕਟ ਜਿਹੜੇ ਆ ਜੁੜੇ ਹੀਗੀ ਆ। 62 ਕਿਲੋ ਐਂਪੀਅਰ ਦਾ ਜਿਹੜਾ ਪੀਕ ਵੈਲਿਊ ਆਈ ਆ, ਫਸਟ ਸਾਈਕਲ ਆਇਆ ਜਿਹੜਾ ਕਰੰਟ ਵੇਵ ਦਾ ਜਾਂ ਫਾਲਟੀ ਕਰੰਟ ਵੇਵ ਦਾ, ਉਹਨੂੰ ਕੀ ਆ ਕੈਰੀ ਕਰਕੇ ਬ੍ਰੇਕਰ ਨੂੰ ਓਪਨ ਕਰ ਦੂਗਾ। ਇਹ ਨਹੀਂ ਕਿ 62 ਕਿਲੋ ਮੇਰੇ ਕੇ ਜਦੋਂ ਮੰਨ ਲਓ ਫਾਲਟ ਆਇਆ ਤਾਂ ਫਾਲਟ ਤੇ ਮੈਂ ਕੀ ਕੀਤਾ, ਟਰਾਈ ਲਈ ਤਾਂ ਬ੍ਰੇਕਰ ਹੀ ਸੜ ਜੂਗਾ, ਨਹੀਂ ਸੜੂਗਾ, ਕਿਉਂਕਿ ਉਹਦੀ ਮੇਕਿੰਗ ਕਪੈਸਿਟੀ ਕੀ ਆ, 62 ਕਿਲੋ ਐਂਪੀਅਰ ਤੱਕ ਦੀ ਉਹਦੀ ਮੇਕਿੰਗ ਕਪੈਸਿਟੀ ਆ। ਯਾਨੀ ਕਿ ਜੁੜੇ ਇੰਨਾ ਕਰੰਟ ਆਪਣੇ ਵਿੱਚੋਂ ਪਾਸ ਕਰਾ ਕੇ ਤੇ ਸਰਕਟ ਬ੍ਰੇਕਰ ਜਿਹੜਾ ਉਹਨੂੰ ਬੰਦ ਕਰ ਸਕਦਾ, ਠੀਕ ਆ। ਇਹ ਹੁੰਦੀ ਹੈ ਮੇਰੇ ਕੋਲ ਮੇਕਿੰਗ ਕਪੈਸਿਟੀ। ਨੈਕਸਟ ਮੇਰੇ ਕੋਲ ਆਉਂਦਾ ਸ਼ਾਰਟ ਟਾਈਮ ਕਪੈਸਿਟੀ। ਸ਼ਾਰਟ ਟਾਈਮ ਕਪੈਸਿਟੀ ਕੀ ਹੁੰਦੀ ਆ, ਦਾ ਪੀਰੀਅਡ ਫॉर ਵਿਚ ਦਾ ਸਰਕਟ ਬ੍ਰੇਕਰ ਇਜ਼ ਏਬਲ ਟੂ ਕੈਰੀ ਦਾ ਫਾਲਟ ਕਰੰਟ ਵਾਈਲ ਰਿਮੇਨਿੰਗ ਕਲੋਜ਼ਡ ਇਜ਼ ਕਾਲਡ ਸ਼ਾਰਟ ਟਾਈਮ ਕਪੈਸਿਟੀ ਆਫ ਸਰਕਟ ਬ੍ਰੇਕਰ। ਸੋ ਦੇਖੋ ਜਿਹੜਾ ਮੇਕਿੰਗ ਕਪੈਸਿਟੀ ਹੁੰਦਾ ਨਾ, ਮੇਕਿੰਗ ਕਪੈਸਿਟੀ ਦੇ ਵਿੱਚ ਕੀ ਹੁੰਦਾ ਆ, ਇਹ ਹਮੇਸ਼ਾ ਜ਼ਿਆਦਾ ਹੀ ਹੁੰਦੀ ਆ ਬ੍ਰੇਕਿੰਗ ਕਪੈਸਿਟੀ ਤੇ ਸ਼ਾਰਟ ਟਾਈਮ ਕਪੈਸਿਟੀ ਨਾਲੋਂ, ਠੀਕ ਹੈ। ਕਿਉਂਕਿ ਮੇਕਿੰਗ ਕਪੈਸਿਟੀ ਰੈਫਰ ਕਰਦੀ ਹੈ ਫਾਲਟੀ ਕਰੰਟ ਦੇ ਨਾਲ, ਯਾਨੀ ਕਿ ਫਾਲਟੀ ਕਰੰਟ ਨੂੰ ਆਪਣੇ ਵਿੱਚੋਂ ਪਾਸ ਕਰਨਾ, ਠੀਕ ਹੈ। ਸੋ ਇਸ ਕਰਕੇ ਮੇਕਿੰਗ ਕਪੈਸਿਟੀ ਜਿਹੜੀ ਹੁੰਦੀ ਉਹ ਜ਼ਿਆਦਾ ਹੁੰਦੀ ਹੈ, ਬਟ ਬ੍ਰੇਕਿੰਗ ਕਪੈਸਿਟੀ ਕੀ ਹੁੰਦੀ ਹੈ, ਬ੍ਰੇਕ ਕਰ ਦੇਣਾ ਹੁੰਦਾ, ਇਸ ਕਰਕੇ ਇਹਦੀ ਵੈਲਿਊ ਕੀ ਹੁੰਦੀ, ਮਿਨੀਮਮ ਹੁੰਦੀ, ਤੇ ਮੇਕਿੰਗ ਕਪੈਸਿਟੀ ਦੀ ਵੈਲਿਊ ਮੈਕਸਿਮਮ ਹੁੰਦੀ ਹੈ। ਸੋ ਸ਼ਾਰਟ ਟਾਈਮ ਕਪੈਸਿਟੀ ਦਾ ਕੀ ਮਤਲਬ, ਨਾਮ ਤੋਂ ਪਤਾ ਸ਼ਾਰਟ ਟਾਈਮ ਕਪੈਸਿਟੀ, ਯਾਨੀ ਕਿ ਥੋੜ੍ਹੇ ਟਾਈਮ ਵਾਸਤੇ ਕਿੰਨੀ ਕਪੈਸਿਟੀ ਜਿਹੜੀ ਆ ਉਹ ਕੈਰੀ ਕਰ ਸਕਦਾ ਹੈ। ਸੋ ਜਿਹੜਾ ਆ ਦੇਖੋ ਇੱਥੇ ਲਿਖਿਆ ਹੋਇਆ ਸ਼ਾਰਟ ਟਾਈਮ ਕਪੈਸਿਟੀ ਕੀ ਆ, 25 ਕਿਲੋ ਐਂਪੀਅਰ 3 ਸੈਕਿੰਡ ਵਾਸਤੇ, ਯਾਨੀ ਕਿ ਜਿਹੜਾ ਇਹ ਸਰਕਟ ਬ੍ਰੇਕਰ ਹੋਊਗਾ, ਕ੍ਰੌਂਪਟਨ ਗਰੀਵ ਦਾ ਸਰਕਟ ਬ੍ਰੇਕਰ ਆ, ਕਿਹੜਾ ਵੈਕਿਊਮ ਸਰਕਟ ਬ੍ਰੇਕਰ ਆ, VCB। ਅੱਜ ਕੱਲ੍ਹ ਸਾਰੇ ਵੈਕਿਊਮ ਸਰਕਟ ਬ੍ਰੇਕਰ ਦੀ ਸਬਸਟੇਸ਼ਨਸ ਦੇ ਉੱਪਰ ਯੂਜ਼ ਹੋ ਰਹੇ ਆ। ਸੋ ਇਹਦੀ ਸ਼ਾਰਟ ਟਾਈਮ ਕਰੰਟ ਕੀ ਆ, 25 ਕਿਲੋ ਐਂਪੀਅਰ 3 ਸੈਕਿੰਡ ਵਾਸਤੇ, ਯਾਨੀ ਕਿ ਇਹਦੇ ਜਿਹੜੇ ਕੰਟੈਕਟ ਆ ਜੀ ਉਹਨਾਂ ਚੋਂ 25 ਐਂਪੀਅਰ ਕਰੰਟ 3 ਸੈਕਿੰਡ ਵਾਸਤੇ ਆਪਾਂ ਗੁਜ਼ਾਰ ਵੀ ਦੇਵਾਂਗੇ, ਤਾਂ ਵੀ ਜਿਹੜਾ ਸਰਕਟ ਬ੍ਰੇਕਰ ਆ ਮੇਰਾ ਉਹ ਡੈਮੇਜ ਨਹੀਂ ਹੋਊਗਾ, ਉਹ ਕੀ ਹੋਊਗਾ, ਈਜ਼ੀਲੀ ਕੰਮ ਕਰੂਗਾ ਜੇ 3 ਸੈਕਿੰਡ ਵਾਸਤੇ। ਬਟ ਜੇ 3 ਸੈਕਿੰਡ ਤੋਂ ਜ਼ਿਆਦਾ ਉਹਦੇ ਵਿੱਚੋਂ 25 ਐਂਪੀਅਰ ਕਰੰਟ ਕ੍ਰੋਸ ਕਰ ਗਿਆ, ਕਿਲੋ ਐਂਪੀਅਰ ਕਰੰਟ, ਤਾਂ ਕੀ ਹੋਊਗਾ, ਉਹ ਸੜ ਵੀ ਸਕਦਾ। ਬਟ 3 ਸੈਕਿੰਡ ਵਾਸਤੇ ਜਿਹੜਾ ਹੈ ਉਹ ਟੈਸਟਡ ਆ ਵੀ 3 ਸੈਕਿੰਡ ਵਾਸਤੇ 25,000 ਐਂਪੀਅਰ ਜਾਂ 25 ਕਿਲੋ ਐਂਪੀਅਰ ਕਰੰਟ ਚੋਂ ਕ੍ਰੋਸ ਕਰੂਗਾ, ਤਾਂ ਜਿਹੜਾ ਸਰਕਟ ਬ੍ਰੇਕਰ ਆ ਉਹ ਡੈਮੇਜ ਨਹੀਂ ਹੋਊਗਾ ਆਪਣੇ ਕੋਲ, ਠੀਕ ਹੈ। ਸੋ ਇਹ ਜਿਹੜੇ ਆ ਮੇਨ ਜਿਹੜੇ 3 ਇਹੀ ਕਪੈਸਿਟੀਜ਼ ਹੁੰਦੀਆਂ, ਬ੍ਰੇਕਿੰਗ ਕਪੈਸਿਟੀ, ਮੇਕਿੰਗ ਕਪੈਸਿਟੀ ਤੇ ਸ਼ਾਰਟ ਟਾਈਮ ਕਰੰਟ। ਫੋਰਥ ਮੇਰੇ ਕੋਲ ਆ ਜਾਂਦੀ ਹੈ ਨਾਰਮਲ ਕਰੰਟ ਰੇਟਿੰਗ of circuit breaker. So the RMS value of current which a circuit breaker is able to carry continuously at rated frequency under specified condition without overheating oil or contact is called its normal current rating. यानी कि normal current rating ਤਾਂ normal current ਦੀ ਵੈਲਿਊ ਹੋਗੀ ਨਾ, ਜਿਹੜਾ ਮੇਰਾ ਸਰਕਟ ਬ੍ਰੇਕਰ ਦੇ ਕੰਟੈਕਟ ਆ ਉਹ ਈਜ਼ੀਲੀ ਕੈਰੀ ਕਰ ਸਕਦੇ ਆ ਬਿਨਾਂ ਸਰਕਟ ਬ੍ਰੇਕਰ ਨੂੰ ਓਪਨ ਕੀਤੇ, ਠੀਕ ਆ। ਸੋ ਨਾਰਮਲ ਕਰੰਟ ਰੇਟਿੰਗ ਕੀ ਹੋਊਗੀ ਮੇਰੀ ਸਰਕਟ ਬ੍ਰੇਕਰ ਦੀ, ਆ ਜਿਹੜੀ 1600 ਐਂਪੀਅਰ ਆ, ਠੀਕ ਆ। 1600 ਐਂਪੀਅਰ ਜਿਹੜੀ ਹੈ ਇਹ ਕੀ ਆ, ਨਾਰਮਲ ਕਰੰਟ ਰੇਟਿੰਗ ਆ ਮੇਰੇ ਸਰਕਟ ਬ੍ਰੇਕਰ ਦੀ, ਯਾਨੀ ਕਿ 1600 ਐਂਪੀਅਰ ਜਿਹੜੇ ਆ ਨਾਰਮਲੀ ਇਹ ਜਿਹੜਾ ਸਰਕਟ ਬ੍ਰੇਕਰ ਆ ਇਹ ਕੈਰੀ ਕਰ ਸਕਦਾ ਆ ਬਿਨਾਂ ਡੈਮੇਜ ਹੋਏ ਜਾਂ ਬਿਨਾਂ ਆਇਲ ਨੂੰ ਵੇਪਰਾਈਜ਼ ਕੀਤੇ। ਵੈਸੇ ਤਾਂ ਇਹ ਵੈਕਿਊਮ ਸਰਕਟ ਬ੍ਰੇਕਰ 'ਚ ਆਇਲ ਦਾ ਕੋਈ ਕੰਮ ਨਹੀਂ ਹੁੰਦਾ, ਬਟ ਮੰਨ ਲਓ ਜੇ ਇਹ ਆਇਲ ਸਰਕਟ ਬ੍ਰੇਕਰ ਹੋਵੇ ਤਾਂ 1600 ਐਂਪੀਅਰ ਤੱਕ ਆਇਲ ਜਿਹੜਾ ਉਹ ਗਰਮ ਨਹੀਂ ਹੋਊਗਾ, ਵੈਕਿਊਮ ਤੇ ਸਰਕਟ ਬ੍ਰੇਕਰ ਜਿਹੜੇ ਕੰਟੈਕਟ ਆ ਉਹਦੇ ਉਹ ਹੀਟ ਵੀ ਨਹੀਂ ਹੋਣਗੇ। 1600 ਐਂਪੀਅਰ ਤੱਕ ਕੀ ਆ ਇਹ ਸਰਕਟ ਬ੍ਰੇਕਰ ਈਜ਼ੀਲੀ ਜਿਹੜਾ ਕਰੰਟ ਨੂੰ ਕੈਰੀ ਕਰ ਸਕਦਾ। ਬਾਕੀ ਕੰਟੈਕਟ ਦਾ ਜਿਹੜਾ ਓਪਨ ਹੁੰਦਾ ਜਿਹੜਾ ਸਰਕਟ ਬ੍ਰੇਕਰ ਕੋਲ ਕਰੰਟ ਸੈਟਿੰਗ ਦੇ ਉੱਪਰ ਵੀ ਡਿਪੈਂਡ ਕਰਦਾ ਹੁੰਦਾ, ਠੀਕ ਹੈ। ਸੋ ਹੁਣ 1600 ਐਂਪੀਅਰ ਜੇ ਮੰਨ ਲਓ ਇਹਦੀ ਕਰੰਟ ਰੇਟਿੰਗ ਆ, ਤਾਂ ਜਿਹੜਾ ਆਪਣੇ ਸਬ ਸਟੇਸ਼ਨ ਆ ਉੱਥੇ 300 ਐਂਪੀਅਰ ਦੇ ਵੀ ਹੁੰਦੇ ਆ ਜਿਹੜੇ ਸਰਕਟ ਬ੍ਰੇਕਰ ਹੁੰਦੇ ਆ, ਉਹਨਾਂ ਦੀ ਮੈਕਸਿਮਮ ਰੇਟਿੰਗ ਹੀ 300 ਐਂਪੀਅਰ ਦੀ ਹੁੰਦੀ ਆ, ਠੀਕ ਆ। ਉਹ ਉੱਥੇ ਆਪਾਂ ਕਰੰਟ ਸੈਟਿੰਗ ਵੀ ਕਰ ਸਕਦੇ, ਮੰਨ ਲਓ 300 ਐਂਪੀਅਰ ਦਾ ਜੇ ਤੁਹਾਡੇ ਕੋਲ ਸਰਕਟ ਬ੍ਰੇਕਰ ਆ, ਉਹਦੀ ਮੈਂ ਕਰੰਟ ਸੈਟਿੰਗ 150 ਵੀ ਕਰ ਸਕਦਾ, 150 ਬਾਅਦ ਵੀ ਟ੍ਰਿਪ ਕਰ ਸਕਦਾ, ਉਹ ਤੁਹਾਡੇ 'ਤੇ ਡਿਪੈਂਡ ਕਰਦਾ, ਰਿਲੇ ਦੇ ਉੱਪਰ ਡਿਪੈਂਡ ਕਰਦਾ ਤੁਸੀਂ ਸੈਟਿੰਗ ਰਿਲੇ ਦੀ ਕਿੱਦਾਂ ਦੀ ਕਰਨੀ। ਬਟ ਇਹ 4 ਮੇਨ ਹੁੰਦੀਆਂ, ਠੀਕ ਹੈ। ਕਿਹੜੀ ਹੁੰਦੀ ਆ, ਇੱਕ ਬ੍ਰੇਕਿੰਗ ਕਪੈਸਿਟੀ ਹੋ ਗਈ ਕਿ ਕਿੰਨੇ ਤੇ ਬ੍ਰੇਕ ਕਰ ਸਕਦਾ, ਮੇਕਿੰਗ ਕਪੈਸਿਟੀ ਯਾਨੀ ਕਿ ਜੁੜੇ ਕਿੰਨਾ ਕਰੰਟ ਪਾਸ ਕਰ ਸਕਦਾ, ਸ਼ਾਰਟ ਟਾਈਮ ਕਪੈਸਿਟੀ ਜੁੜੇ ਕਿੰਨੇ ਸੈਕਿੰਡ ਵਾਸਤੇ ਜਿਹੜਾ ਕਰੰਟ ਆਪਣੇ ਵਿੱਚੋਂ ਸ਼ਾਰਟ ਪਾਸ ਕਰ ਸਕਦੇ ਆ, ਠੀਕ ਹੈ। ਤੇ ਨਾਰਮਲ ਕਰੰਟ ਰੇਟਿੰਗ ਯਾਨੀ ਕਿ ਨਾਰਮਲੀ ਕਿੰਨਾ ਕਰੰਟ ਕੈਰੀ ਕਰ ਸਕਦਾ ਬਿਨਾਂ ਓਵਰਹੀਟ ਹੋਏ ਜਾਂ ਬਿਨਾਂ ਡੈਮੇਜ ਹੋਏ। ਸੋ ਇਹ ਆਪਣੇ ਕੋਲ ਜਿਹੜੇ ਸੀਗੇ ਕਰੰਟ ਰੇਟਿੰਗ ਸੀਗੀਆਂ ਸਰਕਟ ਬ੍ਰੇਕਰ ਦੀਆਂ। ਸੋ ਅੱਜ ਦਾ ਲੈਕਚਰ ਇਹੀ ਸੀਗਾ ਆਪਣਾ, ਜਿਹਦੇ ਵਿੱਚ ਆਪਾਂ ਮੇਨ ਆਪਾਂ ਟੌਪਿਕ ਕੀਤੇ ਆ ਮੈਥਡ ਆਫ ਆਰਕ ਐਕਸਟਿੰਕਸ਼ਨ ਕੀਤਾ, ਵੋਲਟੇਜ ਰਿਲੇਟਡ ਟੂ ਆਰਕ ਕੀਤਾ,
ਤਿੰਨ ਸਰਕਟ ਬ੍ਰੇਕਰ ਰੇਟਿੰਗਸ ਕੀਤੀਆਂ ਕਿ ਰੇਟਿੰਗਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ। ਬਾਕੀ ਜੇ ਕੋਈ ਵੀ ਡਾਊਟ ਹੋਇਆ ਤਾਂ ਮੈਨੂੰ ਮੈਸੇਜ ਕਰ ਲਿਓ, ਠੀਕ ਹੈ। ਇਹਦੇ ਨੋਟਸ ਜ਼ਰੂਰ ਸਾਰਿਆਂ ਨੇ ਨਾਲ ਦੀ ਨਾਲ ਆਪਣੇ ਬਣਾਈ ਜਾਣੇ, ਆਪਣੇ ਜ਼ਰੂਰੀ ਨਹੀਂ ਜੋ ਲਿਖਿਆ ਤੁਸੀਂ ਉਹੀ ਰਿਪੀਟ ਕਰਨਾ, ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਆਪਣੇ ਨੋਟਸ ਜਿਹੜੇ ਆ ਕਾਪੀਜ਼ ਦੇ ਨਾਲ ਦੀ ਨਾਲ ਬਣਾਈ ਜਾਣੇ। ਓਕੇ, ਥੈਂਕ ਯੂ।